ਵਾਹਿਗੁਰੂ। ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ, ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ। ਜਿਸ ਪਾਸ ਬੈਠਿਆ ਸੋਹੀਐ, ਵੇ ਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੂਧ ਤਾ ਬਛਰੈ ਥਨਹੁ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਦੂਧ ਤਾ ਬਛਰੈ ਥਨਹੁ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਆਵਰ ਨਾ ਫੂਲ ਅਨੂਪਨ ਪਾਵੋ। ਰਹਾਓ ਮੈਂ ਲਾਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸਹਿ ਇਕ ਸੰਗਾ। ਧੂਪ ਦੀਪ ਨੈਵੇਦਹਿ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਪੂਜਾ ਅਰਚਾ आहे ना तोरी, ਕਹਿ ਰਵਿਦਾਸ
ਕਵਨ ਗਤ ਮੋਰੀ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ, ਜੋ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਆਵਾਜ਼ਾ ਆਇਆ ਹੈ, ਸ਼੍ਰੀ ਮੁਖ ਵਾਕ ਸਾਨੂੰ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਦਾ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੁਜਰੀ ਹੈ। ਬਾਣੀ ਦੇ ਉਚਾਰਨ ਕਰਤਾ ਸ਼੍ਰੋਮਣੀ ਭਗਤ ਰਵਿਦਾਸ ਹਨ। ਇਸ ਬਾਣੀ ਦਾ ਗਾਇਨ ਘਰ ਤੀਜੇ ਵਿੱਚ ਕਰਨਾ ਹੈ। ਸ਼ਬਦ ਦਾ ਜੋ ਕਾਵ ਸਰੂਪ ਹੈ ਉਹ 5 ਪਦੇ ਨੇ। ਸਾਰਿਆਂ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਿੱਖੀ ਦਾ ਮੂਲ ਸੂਤਰ ਵੀ ਹੈ। ਜਦੋਂ ਵੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਹਾਜ਼ਰੀ ਬਖਸ਼ਦੇ ਨੇ, ਮੇਰੀ ਪਹਿਲੀ ਬੇਨਤੀ ਇਹੋ ਹੀ ਹੁੰਦੀ ਹੈ ਕਿ ਬਹੁਤ ਕੁਝ ਜਾਣ ਲਓ ਜੇ ਅਸੀਂ ਇਹਨਾਂ 3 ਸਿਧਾਂਤਾਂ ਤੇ ਆ ਕੇ
ਦ੍ਰਿੜ ਹੋ ਜਾਈਏ, ਸਥਿਰ ਹੋ ਜਾਈਏ, ਇੱਧਰ ਉੱਧਰ ਦੀ ਸਾਡੀ ਭਟਕਣਾ ਮੁੱਕ ਜਾਏ। ਪਹਿਲੀ ਹੈ ਕਿ ਰੱਬ ਇੱਕ ਹੈ। ਤੁਸੀਂ ਕਹੋਗੇ ਜੀ ਬਿਲਕੁਲ ਠੀਕ ਹੈ। ਹੁਣ ਇੱਕ ਦਾ ਅਰਥ ਕੀ ਹੈ? ਵੀ ਸਿੱਖਾਂ ਦਾ ਵੀ ਇੱਕ ਹੈ, ਮੁਸਲਮਾਨਾਂ ਦਾ ਵੀ ਇੱਕ ਹੈ, ਹਿੰਦੂਆਂ ਦਾ ਵੀ ਇੱਕ ਹੈ, ਅੰਗਰੇਜ਼ਾਂ ਦਾ ਵੀ ਇੱਕ ਹੈ। ਹੁਣ ਕੀ ਗੱਲ ਬਣੀ? ਕੁਛ ਵੀ ਨਾ ਬਣੀ। ਇਹ ਤਾਂ 4-5 ਰੱਬ ਹੋ ਗਏ। ਇੱਕ ਦਾ ਭਾਵ ਹੈ ਵੀ ਸਾਡੇ ਸਾਰਿਆਂ ਦਾ ਰੱਬ ਇੱਕ ਹੈ। ਹੁਣ ਇਹਦੇ ਵਿੱਚ ਸਾਨੂੰ ਬਹੁਤਿਆਂ ਨੂੰ ਸ਼ਾਇਦ ਇਹ ਲੱਗੇ ਵੀ ਇਹ ਕਿੱਦਾਂ ਹੋ ਸਕਦਾ ਹੈ। ਇਹਦਾ ਅਰਥ ਇਹ ਹੈ, ਅਸੀਂ ਮੂਲੋਂ ਹੀ ਖੁੰਝੇ ਹੋਏ ਹਾਂ। ਮੂਲ ਰੂਪ ਦੇ ਵਿੱਚ ਹੀ ਅਸੀਂ ਗਵਾਚੇ ਹੋਏ ਹਾਂ। ਮਤਲਬ ਇਹ ਮੰਨਣਾ ਕਿ ਸਾਰੇ ਧਰਮਾਂ ਵਾਲਿਆਂ ਦਾ ਰੱਬ ਇੱਕ ਹੈ, ਇਹ ਤਾਂ ਦੂਰ ਦੀ ਗੱਲ। ਅਸੀਂ ਆਪਣੇ ਘਰ 'ਚ ਵੀ 2 ਰੱਬ ਮੰਨਦੇ ਹਾਂ। ਇੱਕ ਉਹ ਰੱਬ ਹੈ ਜਿਹੜਾ ਸਾਨੂੰ ਚੰਗੀਆਂ ਬਖਸ਼ਿਸ਼ਾਂ ਕਰਦਾ ਹੈ। ਇੱਕ ਉਹ ਹੈ ਜਿਹੜਾ ਸਾਡੇ ਤੋਂ ਮਾੜੇ ਕੰਮ ਕਰਾਉਂਦਾ ਹੈ। ਚੰਗਾ ਤੇ ਮਾੜਾ ਸੀ 2 ਰੱਬ ਮੰਨ ਕੇ ਬੈਠੇ ਆ। ਔਰ ਇਹ ਹੁਣੇ ਹੀ ਅਸੀਂ ਕੀਰਤਨ ਵਿੱਚ ਸੁਣਿਆ ਕਿ ਚੰਗੇ ਚੰਗਾ ਕਰ ਮੰਨੇ, ਮੰਦੇ ਮੰਦਾ ਹੋਏ। ਨਹੀਂ, ਇਹ ਰੱਬ ਦਾ ਪਿਆਰਾ ਨਹੀਂ ਹੋ ਸਕਦਾ। ਸਿਧਾਂਤ ਇਹ ਹੈ ਕਿ ਦੁੱਖ ਦੇਣ ਵਾਲਾ ਤੇ ਸੁੱਖ ਦੇਣ ਵਾਲਾ ਇੱਕੋ ਹੀ ਹੈ। ਇਹ ਸਭ ਉਹਦੀ ਰਜ਼ਾ ਹੈ, ਉਹਦਾ ਭਾਣਾ, ਉਹਦਾ ਹੁਕਮ ਹੈ। ਇਕ ਨਾ ਦੁਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਰੱਬ ਇੱਕ ਹੈ। ਹੁਣ ਜਦੋਂ ਅਸੀਂ ਰੱਬ ਵੱਖਰੇ ਕਰ ਲਏ ਤੇ ਫਿਰ ਸਾਰਾ ਵਖਰੇਵਾਂ ਹੀ ਮੁੱਢੋਂ ਹੀ ਸ਼ੁਰੂ ਹੋ ਗਿਆ। ਹੁਣ ਅੱਗੋਂ ਜਾ ਕੇ ਅਸੀਂ ਨਹੀਂ ਜੀ ਇਹਨੂੰ ਇਕੱਠਾ ਕਰੋ ਜੀ। ਇਕੱਠਾ ਕੀ ਕਰੋਗੇ? ਲੋਕਾਂ ਨੂੰ ਇਕੱਠੇ ਕਰੋਗੇ ਤੁਸੀਂ? ਰੱਬ ਨੂੰ ਇਕੱਠਾ ਕਰ ਲਓ, ਸਭ ਇਕੱਠੇ ਹੋ ਜਾਣਗੇ। ਅਸੀਂ ਥੱਲਿਓਂ ਪਰਜਾ ਇਕੱਠੀ ਕਰਨ ਤੁਰਦੇ ਆ। ਕਦੇ ਕੋਈ ਕਹਿੰਦਾ ਜੀ ਕੋਈ ਚੀਨੀ ਹਿੰਦੂ ਭਾਈ ਭਾਈ, ਕੋਈ ਕਹਿੰਦਾ ਜੀ ਹਿੰਦੂ ਸਿੱਖ ਭਾਈ ਭਾਈ, ਕੋਈ ਕਹਿੰਦਾ ਜੀ ਹਿੰਦੂ ਮੁਸਲਮਾਨ ਭਾਈ ਭਾਈ। ਹੁਣ ਇਹ ਇੱਦਾਂ ਲੱਗਦਾ ਜਿੱਦਾਂ ਸ਼ਾਇਦ ਇਹ ਕੁਛ ਰਾਜਨੀਤਿਕ ਜਿਹੇ ਸਲੋਗਨ ਨੇ। ਕਿਉਂਕਿ ਧਰਮ ਦਾ ਤਾਂ ਪਾਠ ਹੀ ਬੜਾ ਵਧੀਆ ਸੀ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਅੱਲਾ ਦੇ ਨੂਰ ਤੋਂ ਆਪਾਂ ਪੈਦਾ ਹੋਏ ਹਾਂ। ਸਾਡਾ ਤਾਂ ਪਰਿਵਾਰ ਹੀ ਇੱਕ ਹੈ। ਪਰਮਾਤਮਾ ਇੱਕ ਹੈ, ਪਰ ਇੱਕ ਥਾਂ ਤੇ ਨਹੀਂ ਹੈ। ਉਹ ਸਾਰੀਆਂ ਥਾਵਾਂ ਤੇ ਹੈ। ਹੁਣ ਇਹਦੇ ਵਿੱਚ ਅਸੀਂ ਵੀ ਬਰਾਬਰ ਖੜੇ ਹੋ ਗਏ ਆ ਕੇ। ਤੁਸੀਂ ਵੇਖਿਆ ਹੋਣਾ ਹੈ, ਕੋਈ ਬੰਦਾ ਨੰਗੇ ਸਿਰ ਗੁਰਦੁਆਰੇ ਆਵੇ, ਕੋਈ ਬੰਦਾ ਨਸ਼ੇ ਦਾ ਸੇਵਨ ਕਰਕੇ ਗੁਰਦੁਆਰੇ ਆਵੇ, ਕੋਈ ਬੰਦਾ ਜਰਾਬਾਂ ਪਾ ਕੇ ਗੁਰਦੁਆਰੇ ਆਵੇ, ਅਸੀਂ ਬਹੁਤ ਗੁੱਸਾ ਕਰਦੇ ਆ, ਕਈ ਵਾਰੀ ਕੁੱਟਦੇ ਮਾਰਦੇ ਵੀ ਆ। ਇੱਕ ਪੱਖ ਤੇ ਠੀਕ ਹੈ ਕਿ ਜਿਹੜੀ ਗੁਰਦੁਆਰੇ ਦੀ ਪਵਿੱਤਰਤਾ ਦਾ, ਜਿਹੜਾ ਮਰਿਆਦਾ ਦਾ ਨਿਯਮ ਹੈ, ਉਹਦੀ ਅਵਗਿਆ, ਉਹਦੀ ਉਲੰਘਣਾ ਕੋਈ ਕਿਉਂ ਕਰੇ ਭਾਈ। ਪਰ ਇਹਦੇ ਇੱਕ ਦੂਸਰਾ ਪੱਖ ਹੈ ਕਿ ਕੀ
ਗੁਰਦੁਆਰੇ ਸ਼ਰਾਬ ਪੀ ਕੇ ਆਉਣਾ ਮਨਾ ਹੈ ਕਿ ਗੁਰਦੁਆਰੇ ਤੋਂ ਬਾਹਰ ਸ਼ਰਾਬ ਪੀਣੀ ਜਾਇਜ਼ ਹੈ, ਉਹਦੀ ਪਰਮਿਸ਼ਨ ਹੈ। ਗੁਰਦੁਆਰੇ ਵਿੱਚ ਨੰਗੇ ਸਿਰ ਆਉਣਾ ਪਾਪ ਹੈ, ਤੇ ਕੀ ਬਾਹਰ ਨੰਗੇ ਸਿਰ ਫਿਰਨਾ ਇਹਦੀ ਕੋਈ ਆਜ਼ਾਦੀ ਹੈ ਸਾਨੂੰ? ਹੁਣ ਇਹਨਾਂ ਗੱਲਾਂ ਦਾ ਸਾਡੇ ਕੋਲ ਜਵਾਬ ਨਹੀਂ ਹੈਗਾ, ਕਿਉਂਕਿ ਅਸੀਂ ਜਿੱਦਾਂ ਬਜਿੱਦ ਜੇ ਹੋ ਜਾਂਦੇ ਨਾ, ਇਦਾਂ ਦੇ ਹੋ ਗਏ ਅਸੀਂ। ਜਿਹੜੇ ਕੰਮ ਗੁਰਦੁਆਰੇ ਵਿੱਚ ਗਲਤ ਨੇ, ਚੇਤਾ ਰੱਖਣਾ ਉਹ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਵੀ ਗਲਤ ਨੇ। ਜਿਹੜੀਆਂ ਗੱਲਾਂ ਗੁਰਦੁਆਰੇ ਵਿੱਚ ਨਜਾਇਜ਼ ਨੇ, ਵਾਜਬ ਨਹੀਂ ਨੇ, ਪ੍ਰਵਾਨ ਨਹੀਂ ਹੈ, ਉਹ ਬਾਹਰ ਵੀ ਗੱਲਾਂ ਗਲਤ ਨੇ। ਹੁਣ ਸਾਨੂੰ ਹੁਕਮ ਤਾਂ ਇਹ ਸੀ ਕਿ ਤੁਸੀਂ ਘਰ ਘਰ ਅੰਦਰ ਧਰਮਸ਼ਾਲ, ਕਿ ਜਦੋਂ ਬੰਦਾ ਤੁਹਾਡੇ ਘਰ ਆਵੇ ਤੇ ਉਹਨੂੰ ਇੰਜ ਲੱਗੇ ਵੀ ਮੈਂ ਜੋੜਾ ਉਤਾਰ ਦਿਆ ਜੀ। ਘਰ ਦਾ ਵਾਤਾਵਰਨ ਇਦਾਂ ਦਾ ਹੋਣਾ ਚਾਹੀਦਾ ਸੀ, ਪਰ ਅਸੀਂ ਗੁਰਦੁਆਰੇ ਦਾ ਵਾਤਾਵਰਨ ਇਦਾਂ ਦਾ ਬਣਾ ਦਿੱਤਾ ਵੀ ਮਤਲਬ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਉੱਥੇ ਅਸੀਂ ਬਹਿ ਜਾਂਦੇ ਹਾਂ, ਉੱਥੇ ਸਭ ਕੁਝ ਅਸੀਂ ਕਰੀ ਜਾਂਦੇ ਹਾਂ। ਉਹ ਇੱਕ ਅੰਗਰੇਜ਼ੀ ਦੀ ਇੱਕ ਕਹਾਵਤ ਸੀਗੀ ਕਿ ਜਿੰਨਾ ਚਰਚ ਦੇ ਨੇੜੇ ਬੰਦਾ ਗਿਆ ਉਹਨਾਂ ਗੋਡ ਤੋਂ ਦੂਰ ਚਲਾ ਗਿਆ। ਅਸੀਂ ਗੁਰਦੁਆਰੇ ਦੇ ਨੇੜੇ ਚਲੇ ਗਏ, ਰੱਬ ਤੋਂ ਦੂਰ ਚਲੇ ਗਏ। ਨਹੀਂ, ਤੁਹਾਨੂੰ ਇਹ ਵੀ ਮੰਨਣਾ ਪੈਣਾ ਹੈ ਕਿ ਰੱਬ ਸਾਰੀਆਂ ਥਾਵਾਂ ਤੇ ਹੈ। ਦੁਕਾਲੰਗ ਪਰਨਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ। ਔਰ ਇਹ ਵੀ ਮੰਨਣਾ ਪੈਣਾ ਹੈ ਕਿ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਫਿਰ ਇਹ ਵੀ ਮੰਨਣਾ ਪੈਣਾ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਕ। ਸਾਨੂੰ ਰਾਜਨੀਤਿਕ ਸਲੋਗਨ ਨਹੀਂ ਬੋਲਣੇ ਚਾਹੀਦੇ, ਸਾਡੇ ਕੋਲ ਤਾਂ ਉਸ ਤੋਂ ਵੱਡੇ ਪਾਠ ਨੇ। ਏਕ ਪਿਤਾ ਏਕਸ ਕੇ ਹਮ ਬਾਰਕ। ਫਿਰ ਤੀਸਰਾ ਹੈ ਕਿ ਇਹੋ ਜਿਹਾ ਰੱਬ ਜਿਹੜਾ ਇੱਕ ਹੈ ਔਰ ਇੱਕ ਥਾਂ ਤੇ ਨਹੀਂ ਹੈ, ਜਿਹੜਾ ਸਾਰੀਆਂ ਥਾਵਾਂ ਤੇ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਇਹ ਤੁਹਾਨੂੰ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲੇਗਾ। ਗੱਲ ਖਤਮ ਹੋ ਗਈ। ਹੁਣ ਗੁਰੂ ਬਣਨ ਵਾਸਤੇ ਤੁਹਾਨੂੰ ਅਸੀਂ ਯਾਤਰਾ ਕਰਾਵਾਂਗੇ, ਗੁਰੂ ਬਣੋ, ਗੁਰੂ ਵਾਲੇ ਬਣੋਗੇ, ਅਸੀਂ ਤੁਹਾਨੂੰ ਕੋਈ ਦੀਵਾਲੀ ਬੰਪਰ ਦੇਵਾਂਗੇ, ਇਹ ਗੱਲਾਂ ਖਤਮ ਹੋ ਜਾਣਗੀਆਂ। ਉਦੋਂ ਮਿਲੇਗਾ ਹੀ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ। ਤੇ ਕਿਰਪਾ ਗੁਰੂ ਤੋਂ ਬਿਨਾਂ ਕਿਵੇਂ ਹੋ ਸਕਦੀ ਹੈ? ਨਗੁਰੇਦ ਨੂੰ ਤਾਂ ਗੁਰੂ ਦੀ ਕਿਰਪਾ ਨਹੀਂ ਹੋ ਸਕਦੀ ਨਾ। ਕਿਰਪਾ ਵਾਸਤੇ ਗੁਰੂ ਵਾਲੇ ਬਣਨਾ ਤੁਹਾਨੂੰ ਲਾਜ਼ਮੀ ਹੋ ਜਾਏਗਾ। ਹਰ ਸਿੱਖ ਦਾ ਗੁਰੂ ਵਾਲੇ ਹੋਣਾ ਇਹ ਇੱਕ ਬੰਧਾਨ ਹੋ ਜਾਏਗਾ। ਜਿੱਦਣ ਤੁਸੀਂ ਮੰਨ ਲਵੋਗੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਵੇਖੋ, ਗੁਰ ਪ੍ਰਸਾਦ ਦੀ ਸਮਝ ਆਈ ਤੁਹਾਨੂੰ, ਜਿਹਨੂੰ ਆਪਾਂ ਕੜਾ ਪ੍ਰਸਾਦ ਕਹਿੰਦੇ ਆ। ਅਮਰੀਕਾ ਕੈਨੇਡਾ ਬੰਦਾ ਕਹਿੰਦਾ ਤੂੰ ਜਦੋਂ ਗੁਰਦੁਆਰੇ ਜਾਵੇਂ ਤੇ ਮੇਰੇ ਲਈ ਵੀ ਪ੍ਰਸਾਦ ਲੈ ਕੇ ਆਵੀਂ। ਉਹ ਪ੍ਰਸਾਦ ਹੈ, ਇਹ ਪ੍ਰਸਾਦ ਹੈ ਕਿਰਪਾ। ਜਦੋਂ ਸਾਨੂੰ ਕਿਰਪਾ ਦੀ ਸਮਝ ਆ ਗਈ ਤੇ ਫਿਰ ਅਸੀਂ ਪ੍ਰਸਾਦ ਤੋਂ ਅੱਗੇ ਚੱਲਾਂਗੇ। ਇਹ ਵੀ ਪੁੱਛਾਂਗੇ ਵੀ ਜੇ ਦਰਬਾਰ ਸਾਹਿਬ ਆਏ, ਹੁਣ ਪੁੱਛਦੇ ਨੇ ਵੀ ਪ੍ਰਸਾਦ ਕਿੱਥੋਂ ਮਿਲਦਾ ਹੈ, ਸਰੋਪਾ ਕਿੱਥੋਂ ਮਿਲਦਾ ਹੈ, ਫਿਰ ਸਾਨੂੰ ਪੁੱਛਣਾ ਪਏਗਾ ਕਿਰਪਾ ਕਿੱਥੋਂ ਮਿਲਦੀ ਹੈ। ਤੇ ਉਹ ਕਹਿਣਗੇ ਜੀ ਫਿਰ ਤਾਂ ਤੁਸੀਂ ਪੰਜ ਪਿਆਰਿਆਂ ਦੇ ਸਨਮੁਖ ਹਾਜ਼ਰ ਹੋਵੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ, ਉੱਥੋਂ ਗੁਰ ਮੰਤਰ ਮੂਲ ਮੰਤਰ ਲਵੋ, ਆਪੇ ਗੁਰੂ ਦੀ ਕਿਰਪਾ ਦੇ ਬੂਹੇ ਖੁੱਲ ਜਾਣਗੇ। ਕਿਉਂਕਿ ਫਿਰ ਤੁਹਾਨੂੰ ਉਹਦੀ ਕਮਾਈ ਵੀ ਕਰਨੀ ਪਊਗੀ। ਹੁਣ ਤਾਂ ਸਾਡਾ ਸਿੱਧਾ ਸਿੱਧਾ ਜਿਹਾ ਹਿਸਾਬ ਹੈ ਨਾ ਵੀ ਬੇਬੇ ਕਾਕੇ ਨੇ ਅੰਮ੍ਰਿਤ ਛਕਿਆ ਸੀ, ਵੇ ਪੁੱਤ ਬੜਾ ਹੀ ਪੱਕਾ ਹੀ, ਕਿਰਪਾਨ ਨਹੀਂ ਲਾਉਂਦਾ। ਪੁੱਛੋ ਬਾਕੀ ਕੋਈ ਬੇਬੇ ਪਾਠ ਪੂਜਾ, ਕੋਈ ਹੋਰ ਬੇਬੇ ਕੋਈ ਸੰਗਤ ਸੇਵਾ, ਕੋਈ ਨਾ। ਉਹ ਬਸ ਇੱਕੋ ਹੀ ਗੱਲ ਕਹੀ ਜਾਂਦੀ ਵੀ ਕਿਰਪਾਨ ਨਹੀਂ ਲਾਉਂਦਾ। ਇਹ ਸਿਰਫ ਕੱਟੜਤਾ ਦਾ ਇੱਕ ਪੱਖ ਹੈ।
ਤੇ ਜਦੋਂ ਤੁਸੀਂ ਮਰਿਆਦਾ ਦੀ ਗੱਲ ਕਰੋਗੇ ਤੇ ਫਿਰ ਇਹ ਇੱਕ ਸਧਾਰਨ ਗੱਲ ਹੋਏਗੀ ਵੀ ਜਦੋਂ ਕਿਰਪਾਨ ਉਤਾਰਨੀ ਹੀ ਨਹੀਂ ਤੇ ਨਹੀਂ ਲਾਉਂਦੇ ਦੀ ਇਹ ਕਿਹੜੀ ਵੱਡੀ ਗੱਲ ਹੋ ਗਈ। ਜਿਵੇਂ ਆਪਾਂ ਕਹੀਏ ਜੀ ਉਹ ਝੂਠ ਨਹੀਂ ਬੋਲਦਾ, ਮਤਲਬ ਆਪਾਂ ਨੂੰ ਇਦਾਂ ਲੱਗਦਾ ਵੀ ਆਪਾਂ ਬੜੀ ਵੱਡੀ ਗੱਲ ਕਰ ਦਿੱਤੀ ਹੈ। ਕੀ ਝੂਠ ਬੋਲ ਸਕਦਾ ਸੀ ਵੈਸੇ ਨਾ। ਹਾਂ, ਇਹ ਗੱਲ ਜ਼ਰੂਰ ਹੋਣੀ ਚਾਹੀਦੀ ਸੀ ਕਿ ਝੂਠ ਬੋਲਦਾ ਹੈ। ਉਹ ਝੂਠ ਨਹੀਂ ਬੋਲਦਾ, ਇਹ ਮਤਲਬ ਕਿਹੜਾ ਕੱਦੂ 'ਚ ਤੀਰ ਮਾਰਦਾ ਰੋਜ਼ ਸਵੇਰੇ ਉੱਠ ਕੇ। ਉਹ ਜਦੋਂ ਬੋਲਣਾ ਸੱਚ ਸੀ ਤੇ ਝੂਠ ਦਾ ਸਾਨੂੰ ਕਿਉਂ ਮਤਲਬ ਸਹਾਰਾ ਲੈਣਾ ਪਿਆ। ਗੱਲ ਇਹ ਹੈ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜਿੱਥੇ ਸੱਚ ਬੋਲਣ ਦਾ ਪਾਠ ਸੀ ਉੱਥੇ ਸਾਨੂੰ ਇੱਥੇ ਜਾ ਕੇ ਵਡਿਆਈ ਕਰਨੀ ਪੈਂਦੀ ਜੀ ਝੂਠ ਨਹੀਂ ਬੋਲਦਾ। ਵੀ ਪੁੱਛੋ ਬੇਬੇ ਸੱਚ ਦੇ ਨੇੜੇ ਤੇੜੇ ਵੀ ਹੈਗਾ ਕਿ ਨਹੀਂ ਹੈਗਾ। ਸੱਚ ਬੋਲਣ ਦਾ ਹੁਕਮ ਹੈ ਤੁਹਾਨੂੰ, ਕਿਉਂਕਿ ਤੁਹਾਡਾ ਗੁਰੂ ਜਿਹੜਾ ਉਹ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਤੇ ਸੱਚ ਬੋਲਣ ਲਈ ਤੁਹਾਨੂੰ ਬਾਬਰ ਨੂੰ ਜਾਬਰ ਕਹਿਣਾ ਪੈਣਾ ਹੈ। ਝੂਠ ਨਹੀਂ ਬੋਲਦਾ ਇਹਦਾ ਮਤਲਬ ਸੱਚ ਤੋਂ ਪਾਸਾ ਵੱਟੀ ਰੱਖਦਾ, ਕਦੇ ਐ ਘੁੰਮ ਗਿਆ, ਕਦੇ ਐ ਘੁੰਮ ਗਿਆ, ਕਦੇ ਇਧਰ ਕੀ ਬਾਤ ਕਰ ਲਈ, ਕਦੇ ਉਧਰ ਕੀ ਬਾਤ ਕਰ ਲਈ, ਕਦੇ ਇੱਧਰ ਦੀਆਂ ਗੱਲਾਂ ਮਾਰੀਆਂ, ਕਦੇ ਉਧਰ ਦੀਆਂ ਗੱਲਾਂ ਮਾਰ ਲਈਆਂ। ਜਿਵੇਂ ਅਗਲਾ ਕਹਿੰਦਾ ਨੇ ਭਾਈ ਗੱਲ ਤੇ ਆ, ਇੱਧਰ ਉੱਧਰ ਕਿਉਂ ਗੱਲ ਨੂੰ ਘੁਮਾ ਰਹੇ। ਨਹੀਂ, ਤੁਸੀਂ ਸੱਚ ਬੋਲਣਾ ਸੀ, ਤੁਸੀਂ 5 ਕਕਾਰਾਂ ਦੇ ਧਾਰਨੀ ਹੋਣਾ ਸੀ, ਨਿਤਨੇਮੀ ਹੋਣਾ ਸੀ, ਸਤ ਸੰਗੀ ਹੋਣਾ ਸੀ, ਤੁਸੀਂ ਕਿਰਤੀ ਹੋਣਾ ਸੀ, ਤੁਸੀਂ ਸੇਵਾ ਭਾਵ ਵਾਲੇ ਹੋਣਾ ਸੀ, ਫਿਰ ਜਾ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਸੀ। ਕਿਉਂਕਿ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ। ਕਿਹੜੀ ਜੁਗਤੀ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਇੱਥੇ ਦੁੱਖ ਵਿੱਚ ਭੁੱਬਾ ਮਾਰ ਕੇ ਰੋਂਦਾ, ਸੁੱਖ ਵਿੱਚ ਭੰਗੜੇ ਪਾਉਂਦਾ, ਡੀਜੇ ਚਲਾਉਂਦਾ, ਫਿਰ ਉੱਥੇ ਬੀਬੀਆਂ ਭੈਣਾਂ ਵੀ ਨਚਾਉਂਦਾ। ਔਰ ਕੈਸੀ ਅਧੋਗਤੀ ਹੈ। ਜਿਹੜਾ ਕਰਮ ਸਾਡੇ ਸਮਾਜ ਵਿੱਚ ਪ੍ਰਵਾਨ ਨਹੀਂ ਸੀ, ਪਹਿਲਾਂ ਅਸੀਂ ਬੀਬੀਆਂ ਬਾਹਰੋਂ ਲਿਆਉਂਦੇ ਸੀ ਨਚਾਉਣ ਵਾਸਤੇ, ਹਾਲਾਂਕਿ ਪ੍ਰਵਾਨ ਉਦੋਂ ਵੀ ਨਹੀਂ ਸੀ। ਜੇ ਮੋਰਾਂ ਵਰਗੀ ਕੋਈ ਬੀਬੀ ਐਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਨੇ ਲੈ ਕੇ ਆਂਦੀ ਤੇ ਉਹਨੂੰ ਕੋਰੜੇ ਖਾਣੇ ਪਏ। ਪਹਿਲਾਂ ਅਸੀਂ ਬੀਬੀਆਂ ਨਚਾਉਣ ਲਈ ਲੈ ਕੇ ਆਉਂਦੇ ਹੁੰਦੇ ਸੀ ਤੇ ਸਮਾਜ ਉਹਨਾਂ ਨੂੰ ਫਟਕਾਰਦਾ ਸੀ। ਹੁਣ ਉਲਟਾ ਕੰਮ ਹੋ ਗਿਆ। ਹੁਣ ਅਸੀਂ ਬਾਹਰੋਂ ਬੀਬੀਆਂ ਲਿਆਉਂਦੇ ਆ ਪ੍ਰਸ਼ਾਦੇ ਪਕਾਉਣ ਲਈ, ਕਿਉਂਕਿ ਨੱਚਣ ਵਾਲੀਆਂ ਤੇ ਘਰ ਹੀ ਬਹੁਤ ਨੇ। ਹੁਣ ਤੇ ਘਰ ਦਾ ਮਾਹੌਲ ਹੀ ਇਦਾਂ ਦਾ ਵੀ ਉਹਨਾਂ ਨੂੰ ਡੱਕੇਗਾ ਕੌਣ। ਔਰ ਮੈਨੂੰ ਮਾਫ ਕਰਕੇ ਤੁਸੀਂ ਇੱਕ ਵਾਰੀ ਕਦੇ ਆਪਣੇ ਵਿਆਹ ਸ਼ਾਦੀ ਦੀ ਮੂਵੀ ਵੇਖਿਓ, ਜੋ ਢੋਲ ਵਾਲਾ ਆਦਮੀ ਉੱਥੇ ਉਹ ਕਰ ਰਿਹਾ ਹੁੰਦਾ ਹੈ, ਕਦੇ ਉਹ ਸਾਡੀਆਂ ਮਾਵਾਂ ਮਤਾਵਾਂ, ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ, ਜਿਨ੍ਹਾਂ ਨੂੰ ਸਮਾਜ ਇਹ ਕਹਿੰਦਾ ਸੀ ਵੀ ਨਹੀਂ ਤੁਸੀਂ ਬੱਚੇ ਬਾਹਰ ਚਾਹ ਦੇਣ ਨਹੀਂ ਜਾਣਾ, ਚਾਹ ਬਣਾ ਤੁਸੀਂ ਦਿਓ ਤੇ ਚਾਹ ਫੜ ਕੇ ਅਸੀਂ ਬਾਹਰ ਲੈ ਜਾਵਾਂਗੇ। ਹੁਣ ਉਹਨਾਂ ਨੂੰ ਸੜਕ ਤੋਂ ਫੜ ਕੇ ਬਾਹਰ ਤੋਂ ਰੋਕਣਾ ਪੈਂਦਾ ਵੀ ਭੈਣੋ ਬਸ ਕਰੋ, ਮਿਲਣੀ ਕਰ ਲੈਣ ਦਿਓ। ਆਪਾਂ ਕਿੱਥੇ ਪਹੁੰਚ ਗਏ। ਗੁਰੂ ਦੀ ਕਿਰਪਾ ਦਾ ਤਾਂ ਇਹ ਰੂਪ ਸੀਗਾ। ਹੁਣ ਸਾਡੀ ਗੁਰੂ ਦੀ ਕਿਰਪਾ ਕੀ ਹੈ? ਕੋਠੀ ਵੇਖੀ ਮਹਾਰਾਜ ਦੀ ਬੜੀ ਕਿਰਪਾ ਹੈ, ਕਾਰ ਵੇਖੀ ਬੜੀ ਕਿਰਪਾ ਹੈ, ਧਨ ਦੌਲਤ ਵੇਖੀ ਬੜੀ ਕਿਰਪਾ ਹੈ, ਮਾਣ ਪਦਵੀ ਵੇਖੀ ਬੜੀ ਕਿਰਪਾ ਹੈ। ਤੁਸੀਂ ਤੇ ਕਿਰਪਾ ਦੇ ਅਰਥ ਰੂਪ ਸਾਰਾ ਕੁਝ ਹੀ ਵਿਗਾੜ ਕੇ ਬਹਿ ਗਏ ਭਾਈ। ਇਹ ਥੋੜੀ ਜੀ ਕਿਰਪਾ ਹੈ ਜਿਹਦੇ ਨਾਲ ਤੁਹਾਡੇ ਵਾਰੇ ਨਿਆਰੇ ਹੋਏ ਫਿਰਦੇ ਨੇ। ਜਿੱਦਣ ਬਹੁਤ ਕਿਰਪਾ ਹੋਏਗੀ, ਇਹਨਾਂ ਸਾਰੀਆਂ ਚੀਜ਼ਾਂ ਦੇ ਹੁੰਦਿਆਂ ਸੁਣਦਿਆਂ ਤੁਹਾਡਾ ਅੰਮ੍ਰਿਤ ਵੇਲਾ ਨਹੀਂ ਗਵਾਚੇਗਾ, ਤੁਹਾਡੀ ਬਾਣੀ ਨਹੀਂ ਗਵਾਚੇਗੀ, ਤੁਹਾਡੇ ਬਾਣੇ ਨੂੰ ਕੋਈ ਖਤਰਾ ਨਹੀਂ ਹੋਏਗਾ। ਤੁਸੀਂ ਭਾਈ ਮਨ ਸੁਖ ਵਰਗੇ ਸਿੱਖ ਹੋਵੋਗੇ, ਤੁਸੀਂ ਰਾਜੇ ਸ਼ਿਵ ਨਾਭ ਵਰਗੇ ਸਿੱਖ ਬਣ ਜਾਓਗੇ। ਫਿਰ ਕਿਸੇ ਨੂੰ ਬਖੇੜਨ ਵਾਸਤੇ ਤੁਸੀਂ ਭੈਣਾਂ ਨਹੀਂ ਭੇਜੋਗੇ, ਬੀਬੀਆਂ ਨਹੀਂ ਭੇਜੋਗੇ, ਸਗੋਂ ਆਪ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਦੀ ਬਾਣੀ ਬਾਣੇ ਦੇ ਤੁਸੀਂ ਉਸ ਕਰਨੀ ਦੇ, ਉਸ ਜੀਵਨ ਦੇ ਮਾਲਕ ਹੋ ਜਾਓਗੇ। ਹਾਂਜੀ। ਦੂਧ ਤਾਂ ਬਛਰੈ
ਥਨਹੁ ਬਿਟਾਰਿਓ। ਭਗਤ ਰਵਿਦਾਸ ਸ਼੍ਰੋਮਣੀ ਭਗਤ ਨੇ। ਹੁਣ ਜੇ ਅਸੀਂ ਜਿੱਥੇ ਅਸੀਂ ਖਲੋਤੇ ਆ, ਜੇ ਉਸ ਦੀ ਗੱਲ ਕਰੀਏ ਤਾਂ ਭਗਤ ਰਵਿਦਾਸ ਇੱਕ ਅਖੌਤੀ ਜਾਤੀ, ਚਮਿਆਰ ਜਾਤੀ ਨਾਲ ਸੰਬੰਧਿਤ ਸਨ। ਉਹਨਾਂ ਨੇ ਆਪ ਕਿਹਾ ਕਿ ਇਹ ਪੰਡਿਆ ਮੋਹਿ ਢੇਡ ਕਹਿਤ ਹੈ, ਤੇਰੀ ਪੈਜ ਪੰਛੋੜੀ ਹੋਏ ਲਾ, ਚਮਰੱਠਾ ਗੰਠ ਨਾ ਜਨਈ, ਲੋਗ ਗਠਾਵੇਂ ਪਨਹੀ। ਇੱਥੋਂ ਇੱਕ ਪਤਾ ਲੱਗਦਾ ਕਿ ਕੋਈ ਕਿਰਤ ਮਾੜੀ ਨਹੀਂ ਜੇ, ਪਰ ਪਤਾ ਨਹੀਂ ਮੇਰੇ ਸਮਾਜ ਨੂੰ, ਮੇਰੇ ਤੋਂ ਅਰਥ ਨਹੀਂ, ਮੇਰੇ ਮਤਲਬ ਮੇਰੇ ਬੋਲਣ ਦਾ ਇੱਕ ਤਰੀਕਾ ਹੈਗਾ, ਸਾਡੇ ਸਮਾਜ ਨੂੰ ਅੱਜ ਕੀ ਗ੍ਰਹਿਣ ਲੱਗ ਗਿਆ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ ਵੀ ਕੰਮ ਕੀ ਕਰਦੇ ਹੋ, ਕਹਿੰਦੇ ਜੀ ਵਿਹਲੇ ਰਹਿੰਦੇ ਐਸ਼ ਕਰਦੇ ਆ। ਤੁਹਾਡੇ ਗੁਰੂ ਨਾਨਕ ਸਾਹਿਬ ਨੇ 20 ਸਾਲ ਖੇਤੀ ਕੀਤੀ, 17 ਸਾਲ ਹੱਟੀ ਕੀਤੀ, 35 ਸਾਲ ਕੰਮ ਕੀਤਾ, ਤੇ ਤੁਸੀਂ ਕਿਹੜੇ ਵਿਹਲੜ, ਕਿਹੜੇ ਗੁਰੂ ਦੇ ਸਿੱਖ ਹੋ ਗਏ ਭਾਈ। ਜੋਗੀਆਂ ਨੂੰ ਤਕਲੀਫ ਹੈ ਕਿ ਬਾਬੇ ਨੇ ਉਦਾਸ ਦਾ ਭੇਖ ਉਤਾਰ ਕੇ ਸੰਸਾਰੀਆਂ ਵਾਲੇ ਕੱਪੜੇ ਕਿਉਂ ਪਾਏ ਨੇ। ਫਿਰ ਜੇ ਕੋਈ ਕਿਰਤ ਕਰਦਾ ਹੈ ਤੇ ਹਾਲਾਤ ਵੇਖੋ ਕੀ ਨੇ। ਤੁਹਾਡਾ ਕੰਮ ਕੀ ਹੈ ਜੀ? ਮੈਂ ਜੀ 에ਅਰਪੋਰਟ ਤੇ ਕੰਮ ਕਰਦਾ। 에ਅਰਪੋਰਟ ਤੇ ਕੀ ਕਰਦਾ? ਉਹ ਕਹਿੰਦਾ ਮੈਂ 에ਅਰਲਾਈਨ ਵਿੱਚ। 에ਅਰਲਾਈਨ ਵਿੱਚ ਕੀ ਕਰਦਾ ਹੈ? ਅਖੀਰ ਉਹਨੂੰ ਵਿਚਾਰੇ ਨੂੰ ਦੱਸਣਾ ਪੈਂਦਾ ਵੀ ਮੈਂ ਬੈਲਟ ਤੋਂ ਟੈਚੀ ਚੁੱਕਦਾ। ਫਿਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਮਤਲਬ ਬੰਦੇ ਦੀ ਕੰਮ ਕਰਨ ਤੋਂ ਬੇਇੱਜ਼ਤੀ ਕਰਨਾ, ਇਹ ਮੇਰੇ ਸਮਾਜ ਦਾ ਸ਼ਿੰਗਾਰ ਬਣ ਚੁੱਕਿਆ ਹੈ। ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਥੇ ਰੋਜ਼ ਲੋਕਾਂ ਨੂੰ ਪੁੱਛਦੇ ਫਿਰਦੇ ਹੋ ਕਿ ਕਿਹੜੇ ਚੌਂਕ ਵਿੱਚ ਨਾਰੀਅਲ ਰੱਖਣਾ ਹੈ, ਉਹਨੂੰ ਕਿੰਨੇ ਮੌਲੀ ਦੇ ਧਾਗੇ ਬੰਨਣੇ ਨੇ, ਕਿਹੜੇ ਚੌਂਕ 'ਚ ਨਹਾਉਣਾ ਹੈ, ਤਾਂਬੇ ਦੇ ਸਿੱਕੇ ਕਿਹੜੀ ਨਦੀ 'ਚ ਸੁੱਟਣੇ ਨੇ, ਕਿਹੜਾ ਗਾਨਾ ਬੰਨਣਾ ਹੈ, ਕਿਹੜਾ ਤਵੀਤ ਪਾਉਣਾ ਹੈ, ਕਿਹੜੀ ਕੰਠੀ ਗਲ ਵਿੱਚ ਪਾਉਣੀ ਹੈ, ਕਿਹੜਾ ਨਗ ਮੁੰਦਰੀ 'ਚ ਪਾਉਣਾ ਹੈ, ਕਿਹੜੀ ਮੜੀ ਤੇ ਮੱਥਾ ਟੇਕਣਾ ਹੈ, ਕਿਹੜੀ ਕਬਰ ਤੇ ਦੀਵਾ ਜਗਾਉਣਾ ਹੈ। ਤੁਸੀਂ ਰੋਜ਼ ਪੁੱਛਦੇ ਫਿਰਦੇ ਹੋ ਤੇ ਹਾਲਾਤ ਵੇਖ ਲਓ ਤੁਹਾਡੇ। ਤੇ ਉਹ ਬੱਚਾ ਜਿਹੜਾ ਤੁਹਾਡੇ ਘਰ ਵਿੱਚ, ਜਿਹਨੂੰ ਤੁਸੀਂ ਕਹਿੰਦੇ ਸੀ ਵੀ ਕਾਕਾ ਤੇਰਾ ਤਾਂ ਕੁਝ ਨਹੀਂ ਹੋ ਸਕਦਾ, ਉਸ ਬੱਚੇ ਨੇ ਇੱਕ ਦਿਨ ਐਸਾ ਸਾੜ ਫੱਕਿਆ ਕਿ ਉਹ ਘਰੋਂ ਨਿਕਲ ਗਿਆ। ਜ਼ਮੀਨ ਵੇਚ ਕੇ ਨਿਕਲਿਆ, ਤੁਹਾਡੇ ਗਲ 'ਚ ਅੰਗੂਠਾ ਦੇ ਕੇ ਨਿਕਲਿਆ, ਜੰਗਲਾਂ ਬੇਲਿਆਂ 'ਚੋਂ ਲੰਘਦਾ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ ਪਹੁੰਚ ਗਿਆ। ਤੇ ਜਾਂਦੇ ਜਦੋਂ ਪੈਟਰੋਲ ਪਾਉਣ ਲੱਗ ਗਿਆ ਤੇ ਉਹ ਜਿਹਨੂੰ ਤੁਸੀਂ ਬੱਚੇ ਨੂੰ ਕਹਿੰਦੇ ਸੀ ਵੀ ਤੇਰਾ ਤੇ ਬਣਨਾ ਹੀ ਕੁਛ ਨਹੀਂ, ਸਭ ਤੋਂ ਪਹਿਲਾਂ ਤਾਂ ਉਸ ਬੱਚੇ ਦਾ ਜਿਹੜਾ ਸੀ ਤੁਹਾਡੇ ਮਨ ਵਿੱਚ ਨਜ਼ਰੀਆ ਬਦਲਿਆ। ਹੁਣ ਤੁਸੀਂ ਕਹਿੰਦੇ ਜੀ ਸਾਡਾ ਕਾਕਾ ਤਾਂ ਬਹੁਤ ਕਮਾਊ ਹੈ ਜੀ। ਪੁੱਛੋ ਵੀ ਕਿਹੜੀ ਮੁੰਦਰੀ ਉਹਨੇ ਪਾਲੀ ਜਾ ਕੇ ਉੱਥੇ, ਕਿਹੜੇ ਚੌਂਕ 'ਚ ਨਹਾ ਲਿਆ ਉਸਨੇ, ਕਿਹੜੀ ਨਦੀ 'ਚ ਨਾਰੀਅਲ ਰੋੜਤਾ ਉਸਨੇ ਜਾ ਕੇ। ਉੱਥੇ ਜਾ ਕੇ ਤੇਲ ਪਾਉਣਾ ਸ਼ੁਰੂ ਕੀਤਾ ਜਿਹੜਾ ਤੁਸੀਂ ਇੱਥੇ ਨੂੰ ਟਰੈਕਟਰ ਤੇ ਨਹੀਂ ਸੀ ਚੜ੍ਹਨ ਦਿੰਦੇ। ਵੀ ਟਰੈਕਟਰ ਆਪ ਚਲਾ ਰਿਹਾ, ਕੀ ਹੋਇਆ, ਡਰਾਈਵਰ ਹੈ ਨਹੀਂ ਅੱਜ, ਉਹ ਕਿੱਥੇ ਮਰ ਗਿਆ? ਦੱਸੋ। ਅਸੀਂ ਕਿੱਥੇ ਪਹੁੰਚ ਗਏ? ਮੈਨੂੰ ਕਿਸੇ ਨੇ ਗੱਲ ਸੁਣਾਈ, ਗੱਲ ਬੜੀ ਵਧੀਆ, ਹੋ ਸਕਦਾ ਕਿਸੇ ਨੂੰ ਨਾ ਵੀ ਚੰਗੀ ਲੱਗੇ। ਕਹਿੰਦੇ ਪ੍ਰਧਾਨ ਸਾਹਿਬ ਸੀ ਗੁਰਦੁਆਰੇ ਦੇ ਤੇ ਉਹ ਗ੍ਰੰਥੀ ਸਾਹਿਬ ਨੂੰ ਕਹਿੰਦੇ ਵੀ ਇੱਥੋਂ ਕੋਈ ਬੰਦਾ ਲੱਭ ਕੇ ਨਾ ਭਾਈ ਸਾਹਿਬ ਆ ਟਾਟ ਸਿੱਧੇ ਕਰਾਓ। ਤਾਂ ਭਾਈ ਸਾਹਿਬ ਕਹਿੰਦੇ ਪ੍ਰਧਾਨ ਜੀ ਤੁਸੀਂ ਕਰ ਦਿਓ, ਤੁਸੀਂ ਵੀ ਤੇ ਬੰਦੇ ਹੀ ਹੋ। ਮਤਲਬ ਸਾਨੂੰ ਇਦਾਂ ਲੱਗਦਾ ਹੈ ਜਿਸ ਘਰ ਦੇ ਵਿੱਚ ਸੇਵਾ ਹੀ ਸੇਵਾ ਦਾ ਇੰਨਾ ਪੁੰਨ ਫਲ, ਸੇਵਾ ਦੇ ਨਾਂ ਤੇ ਇੰਨੀਆਂ ਸੁਸਾਇਟੀਆਂ, ਤਾਂ ਉਹਦੇ ਵਿੱਚੋਂ ਕੰਮ ਸ਼ਬਦ ਬਾਹਰ ਕੱਢ ਕੇ ਅਸੀਂ ਸੁੱਕਣੇ ਪਾ ਦਿੱਤਾ, ਜਿਵੇਂ ਤਾਰ ਤੇ ਕੱਪੜਾ ਸੁੱਕਣੇ ਪਾਈਦਾ। ਹੁਣ ਉਹ ਬੱਚਾ ਉੱਥੇ ਤੇਲ ਪਾਉਂਦਾ ਹੈ, ਤੁਹਾਡਾ ਨਜ਼ਰੀਆ ਬਦਲ ਗਿਆ, ਘਰ ਦੀ ਤਕਦੀਰ ਬਦਲ ਗਈ। ਹੁਣ ਘਰ 'ਚ ਸਕੂਟਰ ਆਉਣਾ ਸ਼ੁਰੂ ਹੋ ਗਿਆ, ਬੈੱਡ ਆਉਣੇ ਸ਼ੁਰੂ ਹੋ ਗਏ, ਫਰਿੱਜ ਆਉਣੀ ਸ਼ੁਰੂ ਹੋ ਗਈ, ਟੀਵੀ ਆਉਣੇ ਸ਼ੁਰੂ ਹੋ ਗਏ। ਕੋਈ ਧਾਗਾ ਤਵੀਤ ਨਹੀਂ ਪਾਇਆ ਤੁਹਾਡੇ ਬੱਚੇ ਨੇ।
ਤੇ ਤੁਹਾਨੂੰ ਸਾਰੀ ਦੁਨੀਆ ਨੂੰ ਲੁੱਟ ਲਿਆ ਤੁਹਾਨੂੰ ਲੋਕਾਂ ਨੇ ਕਿ ਤੁਸੀਂ ਇਸੇ ਕੰਮ ਤੇ ਹੀ ਲੱਗੇ ਹੋਏ ਹੋ। ਇਸ ਪੰਜਾਬ ਦੀ ਧਰਤੀ ਤੇ, ਗੁਰੂਆਂ ਦੀ ਧਰਤੀ ਤੇ, ਜਿਹਨੂੰ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਅੱਜ ਆ ਜੋ ਹਾਲਾਤ ਬਣੇ ਨੇ, ਇੰਨੇ ਪਿੰਡ ਨਹੀਂ ਹੈ ਜਿੰਨੇ ਡੇਰੇ ਨੇ। ਮੇਰੇ ਖਿਆਲ ਇੰਨੀ ਬਿਊਰੋਕ੍ਰੇਸੀ ਨਹੀਂ ਜਿੰਨੇ ਤਾਂਤਰਿਕ ਨੇ ਇਸ ਧਰਤੀ ਤੇ। ਕਹਿੰਦੇ ਆਪਾਂ ਅਸੀਂ ਨੂੰ ਅਮਰੀਕਾ ਬਣਾਉਣਾ ਹੈ, ਕਿੱਦਾਂ ਦੀ ਅਮਰੀਕਾ ਬਣਾਉਣਾ ਹੈ? ਇੱਥੇ ਤਾਂ ਕੰਮ ਕਰਨੋਂ ਹੀ ਸਾਰੇ ਹਟ ਗਏ ਨੇ। ਅਮਰੀਕਾ ਕਿੱਦਾਂ ਦੀ ਬਣਾਓਗੇ ਤੁਸੀਂ? ਪਾਣੀ 'ਚ ਜ਼ਹਿਰ ਹੋ ਗਿਆ, ਹਵਾ ਪਲੂਟ ਹੋ ਗਈ, ਅਸੀਂ ਨਸ਼ੈੜੀ ਹੋ ਗਏ, ਧਰਤੀ ਬੰਜਰ ਹੋ ਗਈ। ਕਿਹੜਾ ਗ੍ਰਹਿਣ ਲੱਗ ਗਿਆ ਗੁਰੂਆਂ ਪੀਰਾਂ ਦੀ ਧਰਤੀ ਨੂੰ? ਕੋਈ ਤਾਂ ਕਿਤੇ ਨਾ ਕਿਤੇ ਭੁੱਲ ਹੋਈ ਹੈ ਨਾ। ਪਾਣੀ ਥੱਲੇ ਚਲਾ ਗਿਆ, ਹਵਾ ਜ਼ਹਿਰੀਲੀ ਹੋ ਗਈ ਹੈ। ਕੀ ਸਿੱਖ ਨਸ਼ਾ ਕਰ ਸਕਦਾ ਸੀ? ਨਾ, ਕਰ ਹੀ ਨਹੀਂ ਸਕਦਾ। ਕਦੇ ਕਿਸੇ ਅੰਗਰੇਜ਼ ਨੂੰ ਪੁੱਛਿਓ ਕਿ ਤੂੰ ਜਿਮ ਵੀ ਜਾਣਾ ਹੈ, ਉਹ ਅੱਗੋਂ ਪਤਾ ਤੁਹਾਨੂੰ ਕੀ ਕਹੂਗਾ? ਕਿਉਂ? ਜਿਮ ਤੇ ਜਾਣਾ ਹੀ ਹੈ। ਸਿੱਖ ਨੇ ਗੁਰਦੁਆਰੇ ਜਾਣਾ ਸੀ, ਸਿੱਖ ਨੇ ਪਾਠ ਕਰਨਾ ਸੀ, ਸਿੱਖ ਨੇ 5 ਕਕਾਰਾਂ ਦੇ ਧਾਰਨੀ ਹੋਣਾ ਸੀ, ਸੰਗਤ ਵਿੱਚ ਵੀ ਜਾਣਾ ਸੀ, ਸੇਵਾ ਵੀ ਕਰਨੀ ਸੀ, ਕਿਰਤ ਵੀ ਕਰਨੀ ਸੀ, ਨਾਮ ਵੀ ਜਪਣਾ ਸੀ, ਵੰਡ ਵੀ ਛਕਣਾ ਸੀ। ਝੂਠ ਨਹੀਂ ਬੋਲਦਾ। ਇਹ ਵਡਿਆਈ ਦੀ ਲੋੜ ਨਹੀਂ ਸੀ, ਉਹ ਤੇ ਬੋਲਦਾ ਹੀ ਸੱਚ ਹੈ। ਝੂਠ ਆ ਕਿੱਥੋਂ ਗਿਆ? ਝੂਠ ਦਾ ਤੇ ਹੈ ਤੁਹਾਡੇ ਜੀਵਨ ਵਿੱਚ ਨਾ ਹੀ ਨਹੀਂ ਹੈ। ਇੱਥੇ ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ। ਸ਼੍ਰੋਮਣੀ ਭਗਤ ਭਗਤ ਰਵਿਦਾਸ ਤੇ ਕਿਰਤ ਕੀ ਹੈ? ਜੁੱਤੀਆਂ ਗੰਢਣੀਆਂ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਐਸਾ ਭਗਤ, ਭਗਤ ਜੀ ਕਹਿੰਦੇ ਨੇ ਕਿ ਜਿਹੜਾ ਦੁੱਧ ਹੈ ਇਹ ਤਾਂ ਵੱਛੇ ਨੇ ਝੂਠਾ ਕਰ ਦਿੱਤਾ ਹੈ। ਕਿਉਂਕਿ ਜਦੋਂ ਦੁੱਧ ਚੋਣਾ ਹੋਵੇ ਪਹਿਲਾਂ ਵੱਛਾ ਛੱਡੀਦਾ। ਵੱਛਾ ਦੁੱਧ ਵਾਲਾ ਥਣਾ ਆਪਣੇ ਮੂੰਹ 'ਚ ਪਾਉਂਦਾ। ਫੂਲ ਭਵਰ ਜਲ ਮੀਨ ਬਗਾਰਿਓ। ਦੁੱਧ ਜਿਹੜਾ ਹੈ ਇਹ ਝੂਠਾ ਹੈ, ਦੁੱਧ ਸੁੱਚਾ ਨਹੀਂ ਹੈ। ਕਿਉਂਕਿ ਦੁੱਧ ਦੇ ਥਣ ਨੂੰ ਸਭ ਤੋਂ ਪਹਿਲਾਂ ਵੱਛੇ ਨੇ ਮੂੰਹ 'ਚ ਪਾਇਆ। ਫੂਲ ਭਵਰ ਜਲ ਮੀਨ ਬਿਗਾਰਿਓ। ਫੁੱਲ ਜਿਹੜੇ ਨੇ ਉਹਨਾਂ ਨੂੰ ਭੌਰਿਆਂ ਨੇ ਝੂਠਾ ਕਰ ਦਿੱਤਾ ਹੈ। ਭੌਰੇ ਉਹਨਾਂ ਤੇ ਉੱਡਦੇ ਬਹਿੰਦੇ ਰਹਿੰਦੇ ਨੇ। ਮੱਛੀ ਜਿਹੜੀ ਹੈ ਉਹਨੇ ਪਾਣੀ ਨੂੰ ਝੂਠਾ ਕਰ ਦਿੱਤਾ। ਹੁਣ ਆਪਾਂ ਸਰੋਵਰ 'ਚੋਂ ਸੁੱਚਾ ਜਲ ਲੈ ਕੇ ਇਸ਼ਨਾਨ ਵੀ ਕੀਤਾ, ਚੁਲਾ ਵੀ ਲਿਆ ਹਰ ਕੀ ਪੌੜੀ ਤੋਂ। ਉੱਥੇ ਮੱਛੀਆਂ ਵੀ ਤੁਰੀਆਂ ਫਿਰਦੀਆਂ ਨੇ। ਹੁਣ ਇਹ ਸਿਧਾਂਤ ਸਾਨੂੰ ਸਮਝਣਾ ਪੈਣਾ ਹੈ। ਇਹ ਉਸ ਛੂਆ-ਛਾਤ ਦੀ ਗੱਲ ਹੈ, ਉਸ ਸੁਚਮਤਾ ਦੀ ਗੱਲ ਹੈ ਜਿਹੜੀ ਸੁਚਮਤਾ ਸਿਰਫ ਪਰਮਾਤਮਾ ਦੀ ਬਾਣੀ ਤੋਂ ਆਉਂਦੀ ਹੈ, ਪਾਣੀ ਤੋਂ ਨਹੀਂ ਆਉਂਦੀ। ਪਾਣੀ ਦੀ ਇੱਕ ਮਹਾਨਤਾ ਜਿਹੜੀ ਹੈ, ਉਹਦਾ ਇੱਕ ਰੂਪ ਹੈ, ਉਹਨੂੰ ਸਮਝਣ ਦੀ ਲੋੜ ਹੈ। ਫੁੱਲਾਂ ਨੂੰ ਸਮਝਣ ਦੀ ਲੋੜ ਹੈ। ਅਸੀਂ ਦਰਬਾਰ ਸਾਹਿਬ 'ਚ ਵੀ ਫੁੱਲ ਰੱਖੇ ਹੋਏ ਨੇ। ਉਸ ਮਹਾਨਤਾ ਨੂੰ ਸਮਝਣਾ ਪਏਗਾ ਤੁਹਾਨੂੰ। ਸਰੋਵਰ ਸਾਰਾ ਜਲ ਨਾਲ ਭਰਿਆ ਪਿਆ ਹੈ, ਉਹਦੀ ਮਹਾਨਤਾ ਨੂੰ ਸਮਝਣਾ ਪਏਗਾ ਤੁਹਾਨੂੰ। ਦੁੱਧ ਜਿਹੜਾ ਹੈ ਉਹਦੀ ਸਾਰੇ ਲੰਗਰਾਂ ਵਿੱਚ ਵਰਤੋਂ ਹੁੰਦੀ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਸਵੇਰੇ ਪ੍ਰਕਾਸ਼ ਕਰਦੇ ਹਾਂ ਤਾਂ ਉੱਥੇ ਦੁੱਧ ਲੈ ਕੇ ਅਸੀਂ ਇਸ਼ਨਾਨ ਵੀ ਕਰਾਉਂਦੇ ਹਾਂ। ਪਰ ਇਹਨਾਂ ਨੂੰ ਇਹ ਸਮਝ ਲੈਣਾ ਕਿ ਜੇ ਅਗਰ ਇਹ ਮੰਨ ਲਿਆ ਜਾਏ ਕਿ ਦੁੱਧ ਤੋਂ ਬਿਨਾਂ, ਫੁੱਲਾਂ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ? ਹਾਂਜੀ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ। ਮਾਂ, ਮੈਂ ਗੋਬਿੰਦ ਦੀ ਪੂਜਾ ਦੇ ਵਾਸਤੇ ਕੀ ਲੈ ਕੇ ਜਾਵਾਂ? ਫੁੱਲ ਸਜਾਵਟ ਵਾਸਤੇ ਨੇ, ਦੁੱਧ ਲੰਗਰ ਦੀ, ਰਸੋਈ ਦੀ ਜ਼ਰੂਰਤ ਹੈ, ਜਲ ਇਸ਼ਨਾਨ ਦੇ ਲਈ, ਛਕਣ ਦੇ ਲਈ,
ਬੜਾ ਪਵਿੱਤਰ ਹੈ। ਪਰ ਜੇ ਹੁਣ ਆਪਾਂ ਇਕੱਲਾ ਪੂਜਾ ਅਰਚਾ ਤੇ ਆ ਕੇ ਖਲੋ ਜਾਈਏ ਕਿ ਇਹਨਾਂ ਚੀਜ਼ਾਂ ਦੇ ਨਾਲ ਪੂਜਾ ਅਰਚਾ ਕਰਨੀ, ਤਾਂ ਹੀ ਤਾਂ ਗੁਰੂ ਨੇ ਸਾਨੂੰ ਸਮਝਾਇਆ ਸੀ ਕਿ ਭਾਈ ਬਾਣੀ ਪੜ੍ਹਿਆ ਕਰੋ, ਬਾਣੀ ਗਾਇਆ ਕਰੋ, ਬਾਣੀ ਸੁਣਿਆ ਕਰੋ, ਬਾਣੀ ਵਿਚਾਰਿਆ ਕਰੋ। ਗੁਰੂ ਨਾਨਕ ਸਾਹਿਬ ਹਮੇਸ਼ਾ ਇਹੀ ਬਚਨ ਕਹਿੰਦੇ ਸੀ, ਮਰਦਾਨਿਆਂ ਬਾਣੀ ਆਈ ਹੈ। ਤੇ ਮੈਂ ਤਾਂ ਰੋਜ਼ ਪੁੱਛਦਾ ਵੀ ਗਈ ਕਿੱਧਰ ਹੈ, ਅਸੀਂ ਸੰਭਾਲੀ ਕਿਉਂ ਨਹੀਂ? ਜਿਹੜੀ ਇੰਨੀ ਬੇਸ਼ਕੀਮਤੀ ਦਾਤ ਗੁਰੂ ਨਾਨਕ ਰੱਬ ਦੀ ਦਰਗਾਹ ਤੋਂ ਲੈ ਕੇ ਆਏ, ਅਸੀਂ ਉਹਦੀ ਕਦਰ ਕਿਉਂ ਨਹੀਂ ਪਾਈ? ਕਦੇ ਕਿਹਾ ਸੀ ਤੁਹਾਡੇ ਗੁਰੂ ਨੇ ਵੀ ਲਾਚੀਆਂ ਆਈਆਂ ਨੇ ਜੀ, ਇਹ ਮਿਸ਼ਰੀ ਆਈ ਹੈ ਜੀ, ਇਹ ਅਗਰਬੱਤੀ ਧੂਬੱਤੀ ਆਈ ਹੈ ਜੀ? ਬਾਣੀ ਆਈ ਸੀ, ਸਾਡੇ ਪੁਰਖੇ ਬਾਣੀ ਪੜ੍ਹਦੇ ਸੀ। ਜਿਨ੍ਹਾਂ ਸੰਤ ਮਹਾਂਪੁਰਖਾਂ ਨੂੰ ਤੁਸੀਂ ਅੱਜ ਮੰਨਦੇ ਹੋ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਵੀ ਮੰਨਦੇ ਹੋ, ਪੈਰਲਲ ਤਾਂ ਮੰਨਦੇ ਹੋ ਤੁਸੀਂ, ਬਰਾਬਰ ਮੱਥੇ ਟੇਕਦੇ ਹੋ ਤੁਸੀਂ, ਉਹਨਾਂ ਦੀ ਵੀ ਵਡਿਆਈ ਇਹ ਹੈ ਵੀ ਉਹਨਾਂ ਵੀ ਬਾਣੀ ਪੜ੍ਹੀ ਹੈ। ਉਹੀ ਬਾਣੀ ਤੁਸੀਂ ਪੜ੍ਹਨੀ ਸੀ। ਸ਼ਬਦ ਗੁਰੂ ਨਾਨਕ ਦਾ ਗੁਰੂ ਸੀ, ਸ਼ਬਦ ਹੀ ਤੁਹਾਡਾ ਗੁਰੂ ਹੈ। ਤੁਹਾਨੂੰ ਵੀ ਗੁਰੂ ਨੇ ਇਹੀ ਗੱਲ ਕਹੀ ਸੀ ਕਿ ਭਾਈ ਸ਼ਬਦ ਗੁਰੂ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਸਿੱਧਾ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਉੱਤਰ ਹੀ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ। ਜੇ ਗੋਬਿੰਦ ਦੀ ਪੂਜਾ ਦੇ ਵਾਸਤੇ ਇਹੀ ਗੱਲਾਂ, ਇਹ ਚੀਜ਼ਾਂ ਨਿਯਮਤ ਨੇ, ਪਾਣੀ, ਦੁੱਧ ਤੇ ਫੁੱਲ, ਕਹਿਣ ਲੱਗੇ ਫਿਰ ਮੈਂ ਤੇ ਨਹੀਂ ਚੜਾ ਸਕਦਾ, ਕਿਉਂਕਿ ਇਹ ਚੀਜ਼ਾਂ ਤੇ ਝੂਠੀਆਂ ਨੇ। ਪਾਣੀ ਨੂੰ ਮੱਛੀ ਨੇ ਝੂਠਾ ਕੀਤਾ ਹੈ, ਫੁੱਲਾਂ ਨੂੰ ਭੌਰਿਆਂ ਨੇ ਕਰ ਦਿੱਤਾ ਹੈ, ਦੁੱਧ ਨੂੰ ਵਛੜੇ ਨੇ ਕਰ ਦਿੱਤਾ ਹੈ। ਆਵਰ ਨਾ ਫੂਲ ਅਨੂਪਨ ਪਾਵੋ। ਹੋਰ ਫੁੱਲ ਤਾਂ ਹੈ ਨਹੀਂ ਜਿਹੜੇ ਸੁੱਚੇ ਹੋਣ, ਤੇ ਉਪਮਾ ਤੋਂ ਰਹਿਤ ਕੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਾਂਜੀ। ਰਹਾਓ ਮੈਲਾਗਰ ਬੇਰੇ ਹੈ ਭੁਯੰਗਾ। ਚੰਦਨ ਨੂੰ ਸੱਪ ਨੇ ਵੇੜਿਆ ਹੋਇਆ। ਸੱਪ ਦੇ ਵਿੱਚ ਇੰਨੀ ਜ਼ਹਿਰ ਹੈ ਕਿ ਉਹ ਚੰਦਨ ਦੇ ਪੌਦੇ ਨਾਲ ਉਹ ਲਿਪਟਿਆ ਰਹਿੰਦਾ ਹੈ ਤੇ ਉਹਨੂੰ ਚੱਟਦਾ ਰਹਿੰਦਾ ਹੈ। ਬਿਖੇ ਅੰਮ੍ਰਿਤ ਬਸਹਿ ਇੱਕ ਸੰਗਾ। ਅੰਮ੍ਰਿਤ ਤੇ ਜ਼ਹਿਰ ਸਮੁੰਦਰ ਦੇ ਵਿੱਚ, ਇਹ ਸਭ ਇੱਕੋ ਥਾਂ ਤੇ ਰਹੀ ਜਾਂਦੇ ਨੇ। ਹਾਂਜੀ। ਧੂਪ ਦੀਪ ਨਈ ਬੇਦਹਿ ਬਾਸਾ। ਧੂਪ, ਅਗਰਬੱਤੀ, ਦੀਵਾ ਤੇ ਨਈ ਬੇਦ। ਨਈ ਬੇਦ ਉਹ ਪਦਾਰਥ ਜਿਹੜੇ ਦੇਵਤਿਆਂ ਦੇ ਅੱਗੇ ਭੇਟਾ ਕੀਤੇ ਜਾਂਦੇ ਨੇ। ਹੁਣ ਜਦੋਂ ਥਾਲ ਪਰੋਸੋਗੇ ਤੇ ਜਿਹੜਾ ਫੂਡ ਹੈ, ਪਦਾਰਥ ਨੇ, ਉਹਦੀ ਪਹਿਲਾਂ ਸੁਗੰਧੀ ਤੁਹਾਨੂੰ ਆਏਗੀ। ਦੀਵੇ ਦੀ ਰੋਸ਼ਨੀ ਪਹਿਲਾਂ ਜਗਾਉਣ ਵਾਲੇ ਨੂੰ ਆਏਗੀ। ਅਗਰਬੱਤੀ ਧੂਪ ਬੱਤੀ ਦੀ ਸੁਗੰਧੀ ਪਹਿਲਾਂ ਤਖਾਉਣ ਵਾਲੇ ਨੂੰ ਆਏਗੀ। ਧੂਪ ਦੀਪ ਨਹੀਂ ਬੇਦੈ ਬਾਸਾ, ਇਹਨਾਂ ਚੋਂ ਕੋਈ ਵੀ ਪਵਿੱਤਰ ਨਹੀਂ ਰਿਹਾ। ਕੈਸੇ ਪੂਜ ਕਰਹਿ ਤੇਰੀ ਦਾਸਾ। ਤੇਰੇ ਸੇਵਕ ਤੇਰੀ ਪੂਜਾ ਪਰਮਾਤਮਾ ਕਿਵੇਂ ਕਰਨ? ਕੋਈ ਸੁੱਚੀ ਵਸਤੂ ਹੈ ਹੀ ਨਹੀਂ। ਹਾਂਜੀ। ਤਨ ਮਨ ਅਰਪੋ ਪੂਜ ਚਰਾਵੋ। ਮੈਂ ਤਾਂ ਆਪਣਾ ਤਨ ਤੇ ਮਨ ਤੈਨੂੰ ਭੇਟਾ ਕਰਦਾ, ਇਹੀ ਮੈਂ ਤੇਰੀ ਪੂਜਾ ਦੇ ਵਿੱਚ ਮੈਂ ਤੇਰੇ ਅੱਗੇ ਮੱਥਾ ਟੇਕਦਾ। ਗੁਰ ਪ੍ਰਸਾਦ ਨਿਰੰਜਨ ਪਾਵੋ। ਗੁਰੂ ਦੀ ਕਿਰਪਾ ਨਾਲ ਮੈਂ ਉਸ ਨਿਰੰਜਨ ਕਾਲਖ ਤੋਂ ਰਹਿਤ ਪਰਮਾਤਮਾ ਦੀ ਪ੍ਰਾਪਤੀ ਕਰਦਾ। ਪੂਜਾ ਅਰਚਾ ਆਹੇ ਨਾ ਤੋਰੀ। ਵਾਹਿਗੁਰੂ ਜੀ, ਤੁਹਾਡੀ ਪੂਜਾ ਅਰਚਾ ਹੋ ਨਹੀਂ ਸਕਦੀ, ਕਿਉਂਕਿ ਉਹਦੇ ਲਈ ਸਮੱਗਰੀ ਚਾਹੀਦੀ ਹੈ, ਤੇ ਸਮੱਗਰੀ ਸ਼ੁੱਧ ਹੈ ਨਹੀਂ, ਪਵਿੱਤਰ ਹੈ ਨਹੀਂ। ਜੇ ਆਪਾਂ ਚੀਜ਼ਾਂ ਇਕੱਠੀਆਂ ਕਰਕੇ ਰੱਬ ਦੀ ਪੂਜਾ ਕਰਨੀ ਹੈ, ਤੇ ਜਿਹੜੀਆਂ ਚੀਜ਼ਾਂ ਮੰਨੀਆਂ ਗਈਆਂ ਪੂਜਾ ਵਾਸਤੇ ਉਹ ਸੁੱਚੀਆਂ ਨਹੀਂ ਹੈਗੀਆਂ ਭਾਈ, ਇਸ ਭੁਲੇਖੇ 'ਚ ਨਾ ਪੈਣਾ। ਇਸ ਕਰਕੇ ਉਸ ਪ੍ਰਮਾਤਮਾ ਦੀ ਜਿਹੜੀ ਭਗਤੀ ਹੈ, ਉਹੀ ਇੱਕ ਮਾਤਰ ਉਸ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਹੈ। ਕਹਿ ਰਵਿਦਾਸ ਕਵਨ ਗਤ ਮੋਰੀ। ਜੇ ਪ੍ਰਮਾਤਮਾ ਮੇਰੇ ਕੋਲੇ ਪੂਜਾ ਅਰਚਾ ਵਾਸਤੇ ਇਹ ਵਸਤਾਂ ਨਾ ਹੋਣ, ਤਾਂ ਫਿਰ ਮੇਰੀ ਰਵਿਦਾਸ ਦੀ ਮੁਕਤੀ ਕਿਵੇਂ ਹੋਏਗੀ?
ਮੈਂ ਤੇ ਮੁਕਤ ਹੋ ਹੀ ਨਹੀਂ ਸਕਦਾ। ਮੁਕਤੀ ਦੇ ਵਾਸਤੇ, ਮੋਕਸ਼ ਦੇ ਵਾਸਤੇ, ਆਵਾਗਮਨ ਮਟਾਉਣ ਵਾਸਤੇ, ਜੰਮਣ ਮਰਨ ਕੱਟਣ ਵਾਸਤੇ ਪੂਜਾ ਦੀ ਲੋੜ ਨਹੀਂ ਹੈ। ਤੇ ਪੂਜਾ ਵਾਸਤੇ ਸਮੱਗਰੀ, ਤੇ ਸਮੱਗਰੀ ਭਾਈ ਹੈ ਨਹੀਂ ਕਿਤੇ। ਹੁਣ ਅਸੀਂ ਲੱਖ ਯਤਨ ਕਰੀਏ, ਮੈਂ ਤਾਂ ਐਸੇ ਵਿਅਕਤੀ ਨੂੰ ਵੀ ਜਾਣਦਾ, ਉਹ ਰਾਤ ਨੂੰ ਨੋਟ ਵੀ ਧੋਂਦਾ ਹੁੰਦਾ ਸੀ। ਉਹਨੇ ਫੁੱਲਾਂ ਦਾ ਹਾਰ ਪਹਿਲਾਂ ਘਰ ਲੈ ਕੇ ਜਾਣਾ, ਰਾਤ ਨੂੰ ਧੋਣਾ, ਉਹਨੂੰ ਸਾਫ਼ ਸੁਥਰੇ ਕੱਪੜੇ ਤੇ ਪਾਉਣਾ, ਫਿਰ ਸਵੇਰੇ ਗੁਰਦੁਆਰੇ ਲੈ ਕੇ ਆਉਣਾ। ਜਿੰਨੇ ਪੈਸੇ ਉਹਨੇ ਗੋਲਕ 'ਚ ਪਾਉਣੇ, ਰਾਗੀ ਸਿੰਘਾਂ ਨੂੰ ਦੇਣੇ, ਹੱਥ 'ਚ ਫੜਨੇ, ਸਾਰੇ ਨੋਟ ਰਾਤ ਨੂੰ ਧੋਂਦਾ ਹੁੰਦਾ ਸੀ। ਮੈਂ ਕਹਿੰਦਾ ਜਿੰਨੀ ਸੁਚਮਤਾ ਤੁਸੀਂ ਰੱਖ ਸਕੋ ਆਪਣੇ ਵੱਲੋਂ, ਇਹ ਹੋਣੀ ਚਾਹੀਦੀ ਹੈ। ਪਰ ਤੁਸੀਂ ਆਪਣੀ ਰੱਖੀ ਸੁਚਮਤਾ ਨੂੰ ਇਹ ਸਮਝ ਲਓ ਕਿ ਰੱਬ ਇਸੇ ਸੁਚਮਤਾ ਦਾ ਮੁਤਾਜ ਹੈ, ਤਾਂ ਨਹੀਂ। ਇਹ ਠੀਕ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ। ਪਰ ਇਹ ਵੀ ਚੇਤਾ ਰੱਖਣਾ, ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ, ਜਿਨ ਮਨ ਵਸਿਆ ਸੋਏ। ਪਿੰਡਾ ਧੋ ਕੇ ਸੁੱਚੇ ਨਹੀਂ ਤੁਸੀਂ ਹੋ ਸਕਦੇ, ਕਿਉਂਕਿ ਸਾਡੇ ਸਰੀਰ ਦੀ ਪ੍ਰਕਿਰਿਆ ਹੀ ਐਸੀ ਹੈ। ਨੱਕ ਦੇ ਵਿੱਚੋਂ, ਅੱਖਾਂ ਦੇ ਵਿੱਚੋਂ, ਕੰਨਾਂ ਦੇ ਵਿੱਚੋਂ ਤੁਸੀਂ ਵੇਖਿਆ ਹੀ ਹੈ, ਇਹ ਮੈਲ ਵਗਦੀ ਰਹਿੰਦੀ ਹੈ, ਕਿਤੇ ਮੁੱਕਦੀ ਹੈ ਕਿਤੇ। ਸਾਡਾ ਸਰੀਰ ਜਿਹੜਾ ਹੈ, ਉਹਦੇ ਵਿੱਚ ਕਿੰਨੀ ਵਿਸ਼ਟਾ, ਕਿੰਨਾ ਮਲ ਮੂਤਰ ਭਰਿਆ ਰਹਿੰਦਾ ਹਰ ਵਕਤ। ਕਿੱਥੋਂ ਆਪਾਂ ਪਵਿੱਤਰ ਹੋ ਜਾਵਾਂਗੇ? ਇਸ ਕਰਕੇ ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਦੀ ਅਹਿਮੀਅਤ ਨੂੰ ਜ਼ਰੂਰ ਸਮਝੋ, ਉਹਦੀ ਲੋੜ ਵੀ ਸਮਝੋ, ਉਹਦੀ ਵਰਤੋਂ ਵੀ ਕਰੋ। ਪਰ ਇਹ ਜ਼ਰੂਰ ਚੇਤਾ ਰੱਖਣਾ ਕਿ ਪ੍ਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ, ਉਹ ਉਸ ਪ੍ਰਮਾਤਮਾ ਦੀ ਭਗਤੀ ਕਰਕੇ ਹੀ ਹੋ ਸਕਦੀ ਹੈ। ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੇ। ਹਾਂਜੀ। ਰਾਮ ਕਲੀ ਮਹੱਲਾ ਪੰਜਵਾ, ਦੁਲੱਭ ਦੇਹ ਸਵਾਰ। ਅੱਜ ਦੇ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਨੂੰ ਇੱਥੇ ਆਪਾਂ ਵਿਰਾਮ ਦੇ ਕੇ, ਕਿਉਂਕਿ ਗੁਰਬਾਣੀ ਦੀ ਵਿਚਾਰ ਬਹੁਤ ਵੱਡੀ ਹੈ। ਮੇਰੇ ਵਰਗੇ ਤੁਸ਼ ਬੁੱਧੀ ਵਾਲੇ ਮਨੁੱਖ ਨੂੰ ਇਹ ਕਿਵੇਂ ਵੀ ਕੋਈ ਸ਼ਕਤੀ ਹੱਕ ਨਹੀਂ ਹੈ ਕਿ ਉਹ ਸਾਰਾ ਇਹਦਾ ਵਿਸਥਾਰ ਕਰ ਸਕੇ। ਇਹ ਅਗਾਧ ਬੋਧ ਬਾਣੀ ਹੈ, ਇਹਦੇ ਵਿੱਚੋਂ ਕੁਛ ਕਿਨਕੇ ਆਪਾਂ ਆਪਣੀ ਮਤ ਮੁਤਾਬਕ ਚੁਣਦੇ ਹਾਂ, ਤੇ ਗੁਰੂ ਬਖਸ਼ਦਾ ਹੈ, ਉਹ ਸਾਡੀ ਝੋਲੀ ਵਿੱਚ ਪਾਉਂਦਾ ਹੈ। ਉਹਦੇ ਵਿੱਚੋਂ ਵੀ ਅੱਗੇ ਜਿਹੜੇ ਬਖਸ਼ੇ ਹੋਣਗੇ, ਉਹ ਉਹਨਾਂ ਨੂੰ ਸਮਝ ਆਵੇਗੀ, ਉਹ ਨਵਾਜੇ ਜਾਣਗੇ, ਉਹ ਕਮਾ ਲੈਣਗੇ। ਤੇ ਬਹੁਤਿਆਂ ਨੇ ਤਾਂ ਇਹਦੇ ਵਿੱਚੋਂ ਵੀ ਨੁਕਤਾਚੀਨੀ ਲੱਭ ਲੈਣੀ ਹੁੰਦੀ ਹੈ। ਬਹੁਤ ਕੁਝ ਅਸੀਂ ਇਕੱਠਾ ਕਰ ਲੈਂਦੇ ਹਾਂ। ਕਈ ਤਾਂ ਇੱਦਾਂ ਦੇ ਵੀ ਨੇ ਵੀ ਕਥਾ ਵਾਲੇ ਨੂੰ ਉੱਠਣ ਵੀ ਨਹੀਂ ਦਿੰਦੇ, ਦੇ ਟੈਲੀਫੋਨ ਤੇ ਟੈਲੀਫੋਨ, ਵੀ ਬਾਬਾ ਹੁਣ ਜਾਣਾ ਕਿੱਧਰ ਨੂੰ ਹੈ, ਵੀ ਆਹ ਗੱਲ ਤੂੰ ਕਹਿ ਕਿੱਦਾਂ ਦਿੱਤੀ ਹੈ। ਮੰਨਣੀ ਨਹੀਂ, ਮੰਨਣੀ ਨਹੀਂ ਹੈ, ਪਰ ਆਪਣੀ ਮਨਾਉਣ ਦੇ ਵਿੱਚ ਅਸੀਂ ਕੋਈ ਕਸਰ ਬਾਕੀ ਵੀ ਨਹੀਂ ਛੱਡਣੀ। ਨਾ ਭਾਈ, ਆਪਾਂ ਸਾਰੇ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਹਰ ਇਨਸਾਨ ਭੁੱਲਣਹਾਰ ਹੈ। ਜੇ ਕਿਸੇ ਦੀ ਭੁੱਲ ਹੋਵੇ ਤੇ ਜੇ ਉਹ ਮਾਫੀ ਮੰਗੇ ਤਾਂ ਉਹਨੂੰ ਮਾਫੀ ਵੀ ਦੇ ਦਿਆ ਕਰੋ। ਇੰਨੀ ਕੁ ਮੈਂ ਆਪ ਜੀ ਨੂੰ ਬੇਨਤੀ ਕਰਾਂ। ਅੱਜ ਜੋ ਲੜੀਵਾਰ ਕਥਾ ਦਾ ਸ਼ਬਦ ਹੈ, ਰਾਮ ਕਲੀ ਮਹੱਲਾ ਪੰਜਵਾਂ, ਰਾਗ ਰਾਮ ਕਲੀ ਹੈ। ਬਾਣੀ ਦੇ ਉਚਾਰਨ ਕਰਤਾ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਨੇ, ਪੰਜਵੇਂ ਪਾਤਸ਼ਾਹ, ਦੁਰਲੱਭ ਦੇ ਸਵਾਰ। ਬੰਦਿਆ, ਇਹ ਸਰੀਰ ਦੁਰਲੱਭ ਹੈ, ਇਹਨੂੰ ਸਵਾਰਨ ਦਾ ਯਤਨ ਕਰ, ਇਹਨੂੰ ਠੀਕ ਕਰਨ ਦਾ ਯਤਨ ਕਰ। ਇਹ ਜਿਹੜਾ ਸਰੀਰ ਹੈ, ਇਹ ਦੇ ਤੇਜਨ ਜੀ, ਗੁਰੂ ਅਮਰਦਾਸ ਕਹਿੰਦੇ ਘੋੜੀ ਹੈ, ਇਹਨੇ ਤੈਨੂੰ ਰੱਬ ਦੇ ਘਰ ਲੈ ਕੇ ਜਾਣਾ ਹੈ। ਇਹੀ ਤੇਰਾ ਸਾਧਨ ਹੈ, ਇਹੀ ਵਹੀਕਲ ਹੈ, ਇਹਦੇ ਤੇ ਬਹਿ ਕੇ ਹੀ ਤੂੰ ਰੱਬ ਦੇ ਘਰ ਪਹੁੰਚ ਸਕਦਾ। ਹਾਂਜੀ। ਜਾਹੇ ਨਾ ਦਰਗਹਿ ਹਾਰ। ਵੇਖੀ ਕਿਤੇ ਰੱਬ ਦੀ ਦਰਗਾਹ ਵਿੱਚ ਜਾਵੇਂ ਤੇ ਤੂੰ ਉਦੋਂ ਤੱਕ ਸਾਰਾ ਕੁਝ ਹਾਰ ਚੁੱਕਿਆ ਹੋਵੇ, ਗਵਾ ਚੁੱਕਿਆ ਹੋਵੇ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਇਹ ਧਿਆਨ ਰੱਖੀ। ਹਾਲਤ ਪਾਲਤ ਤੁਧ ਹੋਏ ਵਡਿਆਈ। ਜੇ ਤੂੰ ਦੇਹ ਸਵਾਰੇਂਗਾ ਤੇ ਲੋਕ ਪਰਲੋਕ ਵਿੱਚ ਤੇਰੀ ਸ਼ੋਭਾ ਹੋਵੇਗੀ। ਅੰਤ ਕੀ ਬੇਲਾ ਲਏ ਛਡਾਈ। ਔਰ ਇਹ ਜਿਹੜੀ ਪ੍ਰਮਾਤਮਾ ਦੀ ਭਗਤੀ ਹੈ, ਇਹ ਤੈਨੂੰ ਅੰਤ ਵੇਲੇ ਛੁਡਾ ਵੀ ਲਹੇਗੀ। ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ
ਤੋਸਾ ਤੇ ਜਿਹੜਾ ਨਾਮ ਹੈ ਇਹੀ ਨਿਸ਼ਾਨ ਹੈ। ਨਿਸ਼ਾਨ ਅੱਜ ਕੱਲ੍ਹ ਤੁਸੀਂ ਕਿਤੇ ਵੀ ਜਾਓ ਨਾ, ਅਗਲਾ ਕਹਿੰਦਾ ਤੇਰੇ ਕੋਲ ਆਈਡੀ ਹੈ, ਤੁਸੀਂ ਵੇਖੋ ਆਈਡੀ ਦਿਓ, ਲੰਘ ਜਾਓ। ਵੱਡੇ ਵੱਡੇ ਆਫੀਸਰ ਵੀ ਆਉਂਦੇ ਨੇ ਏਅਰਪੋਰਟਾਂ ਤੇ, ਅਗਲੇ ਉਹਨੂੰ ਵੀ ਕਹਿੰਦੇ ਆਈਡੀ ਦਿਓ ਆਪਣੀ, ਵਿਖਾਓ, ਫਿਰ ਜਾਓ। ਉਹਨੂੰ ਅੱਜ ਅੰਗਰੇਜ਼ੀ ਦੇ ਸ਼ਬਦ ਵਿੱਚ ਆਈਡੀ ਕਹਿ ਦਿੱਤਾ, ਆਪਾਂ ਪਹਿਚਾਣ ਪੱਤਰ ਕਹਿ ਦਿੱਤਾ ਹਿੰਦੀ ਵਿੱਚ, ਫਿਰ ਅਸੀਂ ਸ਼ਨਾਖਤੀ ਕਾਰਡ ਕਹਿ ਦਿੱਤਾ, ਗੁਰੂ ਜੀ ਨੇ ਉਹਨੂੰ ਨਿਸ਼ਾਨ ਕਹਿ ਦਿੱਤਾ। ਇਹ ਨਿਸ਼ਾਨ ਹੈ ਜਿਹੜਾ ਤੈਨੂੰ ਰੱਬ ਦੇ ਦਰਗਾਹ ਵਿੱਚ ਵੀ ਛੁਡਾਏਗਾ। ਹਾਂਜੀ, ਰਾਮ ਕੇ ਗੁਣ ਗਾਓ, ਪਰਮਾਤਮਾ ਦੇ ਗੁਣ ਗਾਉਣਾ ਕਰੋ। ਹਾਂਜੀ, ਹਾਲਤ ਪਲਤ ਹੋਏ ਦੋਵੈ ਸੁਹੇਲੇ, ਅਚਰਜ ਪੁਰਖ ਤੇ ਆਓ। ਅਚਰਜ ਪਰਮਾਤਮਾ ਜਿਹੜਾ ਹੈ ਉਹਨੂੰ ਸਿਮਰੋ, ਲੋਕ ਪਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਇਹ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਕਿ ਇੱਥੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਹੀਂ ਤਾਂ ਤੁਸੀਂ ਅਨਮਤਾਂ ਦੀ ਪੜ੍ਹਾਈ ਕਰਕੇ ਵੇਖੋ, ਉਹਦੇ ਵਿੱਚ ਬਹੁਤੀ ਵਾਰੀ ਇਹੀ ਆਉਂਦਾ ਹੈ, ਅਬ ਦੁੱਖ ਫਿਰ ਸੁੱਖ। ਤੁਸੀਂ ਆ ਜਿਹੜੇ ਧਰਮ ਦੇ ਨਾਂ ਤੇ ਲੋਕ ਮਰ ਰਹੇ ਨੇ, ਪਤਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਜੇ ਤੁਸੀਂ ਮਰ ਜਾਓਗੇ ਨਾ ਧਰਮ ਦੇ ਨਾਂ ਤੇ ਤੁਹਾਨੂੰ ਉੱਥੇ ਬੜਾ ਸੁੰਦਰ ਇੱਕ ਬਾਗ ਮਿਲੇਗਾ, ਉੱਥੇ ਹੂਰਾਂ ਮਿਲਣਗੀਆਂ। ਜਿਹਦੀ ਇੱਥੇ ਇੰਗੇਜਮੈਂਟ ਨਹੀਂ ਹੋਈ ਉੱਥੇ ਹੂਰਾਂ ਲੱਭਦਾ ਫਿਰਦਾ ਹੈ, ਜਿਹਨੂੰ ਇੱਥੇ ਕੋਈ ਰਿਸ਼ਤਾ ਲੈ ਕੇ ਨਹੀਂ ਆਇਆ ਪਿੰਡ ਦਾ। ਕੋਈ ਮਾਈ ਨਹੀਂ ਆ ਕੇ ਕਿਹਾ ਕਿਸੇ ਨੇ ਵੀ ਬੇਬੇ ਕਾਕੇ ਦਾ ਕੀ ਕਰਨਾ ਹੀ, ਉਹ ਵੀ ਹੂਰਾਂ ਲੱਭਦਾ ਫਿਰਦਾ ਵੀ ਮੈਂ ਮਰ ਜਾਗਾ। ਬਹੁਤਾ ਜਿਹੜਾ ਇਹ ਕਤਲੋ ਗਾਰਤ ਦਾ ਧਰਮ ਦੇ ਨਾਂ ਤੇ ਹੈ, ਉਹ ਪਾਠ ਇਸੇ ਤੇ ਚੱਲੀ ਜਾਂਦਾ ਹੈ। ਮਰਨ ਤੋਂ ਬਾਅਦ ਤੁਹਾਨੂੰ ਇਹ ਹੋਏਗਾ, ਨਹੀਂ ਇੱਥੇ ਮਰਨ ਤੋਂ ਪਹਿਲਾਂ ਵੀ ਬਹੁਤ ਕੁਝ ਹੁੰਦਾ ਹੈ। ਇੱਥੇ ਸੱਚੇ ਪਾਤਸ਼ਾਹ ਕਹਿੰਦੇ ਨੇ, ਹਾਲਤ ਪਲਤ ਹੋਹੈ ਦੋਹੈ ਸੁਹੇਲੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੁੰਦੇ ਨੇ। ਇੱਥੇ ਇਹਾਂ ਸੁਖ ਵੇਖੋ, ਸਾਡੀ ਜਿਹੜੀ ਸੱਚੇ ਪਾਤਸ਼ਾਹ ਦੀ ਬਾਣੀ ਹੈ ਉਹਦਾ ਸਾਨੂੰ ਇਹ ਉਪਦੇਸ਼ ਹੈ, ਇਹਾਂ ਸੁਖ। ਪਹਿਲਾਂ ਇੱਥੋਂ ਦੇ ਸੁਖ ਦੀ ਗੱਲ ਹੈ, ਆਗੇ ਮੁਖ ਉਜਲ ਇਹ ਮਗਰੋਂ ਦੀ ਗੱਲ ਹੈ। ਉਹ ਬੜਾ ਸੋਹਣਾ ਭਾਈ ਲਾਲ ਹੋਰੀ, ਮੈਂ ਤੇ ਨਹੀਂ ਸੁਣਿਆ, ਕਹਿੰਦੇ ਉਹ ਨਨਕਾਣਾ ਸਾਹਿਬ ਕੀਰਤਨ ਕਰਦੇ ਹੁੰਦੇ ਸੀ ਤਾਂ ਉਹਨਾਂ ਕਹਿਣਾ ਵੀ ਸਤਿਗੁਰ ਨਾਨਕ ਪ੍ਰਗਟਿਆ ਇੱਥੇ, ਰਾਮਦਾਸ ਸਰੋਵਰ ਨਹਾਤੇ ਉੱਥੇ। ਇੱਥੇ ਪਹਿਲਾਂ ਇਹਾਂ ਸੁੱਖ ਦੀ ਗੱਲ ਹੈ, ਫਿਰ ਆਗੇ ਮੁੱਖ ਉਜਲ ਦੀ ਗੱਲ ਹੈ। ਹੁਣ ਇੱਥੇ ਤਾਂ ਇਹਾਂ ਸੁੱਖ ਹੈ ਨਹੀਂ। ਜਿਹੜਾ ਇੱਥੇ ਰੋਟੀਆਂ ਤੋਂ ਆਤਰ ਤੁਰਿਆ ਫਿਰਦਾ, ਜਿਹਦਾ ਇੱਥੇ ਆਪਣਾ ਕੋਈ ਸੁੱਖ ਨਹੀਂ ਹੈਗਾ, ਕੱਪੜਿਆਂ ਤੋਂ ਬਗੈਰ ਤੁਰਿਆ ਫਿਰਦਾ, ਜਿਹਦੀ ਆਪਣੀ ਇੱਥੇ ਇੱਕ ਪੈਸੇ ਦੀ ਇੱਜ਼ਤ ਨਹੀਂ ਹੈਗੀ, ਉਹ ਪਰਲੋਕ ਦੇ ਵਿੱਚ ਕਹਿੰਦਾ ਜੀ ਉੱਥੇ ਮੈਨੂੰ ਇੱਕ ਕੋਈ ਵਿਲਾ ਮਿਲੇਗਾ, ਉੱਥੇ ਕੋਈ ਬਹੁਤ ਸੁੰਦਰ ਕੋਈ ਬੰਗਲਾ ਮਿਲੇਗਾ, ਬੜੀਆਂ ਸੁੰਦਰ ਮਹਿਲ ਮਾੜੀਆਂ ਮਿਲਣਗੀਆਂ। ਐਸੇ ਅਸੀਂ ਉਹਨਾਂ ਲੋਕਾਂ ਦੇ ਢਾਹੇ ਚੜ੍ਹ ਗਏ ਔਰ ਸਾਨੂੰ ਉਹਨਾਂ ਨੇ ਗਲਤ ਰਸਤੇ ਪਾ ਦਿੱਤਾ। ਦੇਖੋ, ਧਰਮ ਯੁੱਧ ਦੇ ਚਾਓ ਦਾ ਸਿਧਾਂਤ ਸਿੱਖ ਧਰਮ ਦੇ ਵਿੱਚ ਹੈ। ਇੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਧਰਮ ਦੇ ਨਾਂ ਤੇ ਮਰ ਮਿਟਣਾ ਇਹ ਸਾਨੂੰ ਸਤਿਗੁਰੂ ਨੇ ਸਿਖਾਇਆ ਹੈ, ਪਰ ਉਸ ਤੋਂ ਪਹਿਲਾਂ ਸਾਨੂੰ ਜਿਉਣਾ ਵੀ ਸਿਖਾਇਆ ਹੈ। ਇਹਾਂ ਸੁੱਖ ਦੀ ਗੱਲ ਵੀ ਕੀਤੀ ਹੈ, ਲੋਕ ਸੁਖੀਏ ਦੀ ਗੱਲ ਵੀ ਕੀਤੀ ਹੈ। ਰਹਾਉ ਊਠਤ ਬੈਠਤ ਹਰ ਜਾਪ, ਉੱਠਦਿਆਂ ਬਹਿੰਦਿਆਂ ਪਰਮਾਤਮਾ ਦੀ ਭਗਤੀ ਕਰੋ। ਬਿਨਸੈ ਸਗਲ ਸੰਤਾਪ, ਸਾਰੇ ਸੰਤਾਪ ਮਿਟ ਜਾਣਗੇ। ਬੈਰੀ ਸਭ ਹੋਵਹਿ ਮੀਤ, ਦੁਸ਼ਮਣ ਵੀ ਤੇਰੇ ਮਿੱਤਰ ਬਣ ਜਾਣਗੇ। ਨਿਰਮਲ ਤੇਰਾ ਹੋਵੈ ਚੀਤ, ਮਨ ਤੇਰਾ ਹਿਰਦਾ ਤੇਰਾ ਪਵਿੱਤਰ ਹੋ ਜਾਏਗਾ। ਸਭ ਤੇ ਉਤਮ ਇਹੋ ਕਰਮ, ਸਭ ਤੋਂ ਉੱਤਮ ਕਰਮ ਜਿਹੜਾ ਹੈ ਤੇਰੇ ਜੀਵਨ ਦਾ ਉਹ ਇਹੋ ਹੀ ਹੈ। ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਇਹੋ ਹੀ ਹੈ ਕਿ ਹਰ ਕੋ ਨਾਮ ਜਪ ਨਿਰਮਲ ਕਰਮ। ਹਰ ਸਿਮਰਨ ਤੇਰਾ ਹੋਏ ਉਧਾਰ, ਹਰੀ ਦਾ ਸਿਮਰਨ ਕੀਤਿਆਂ ਤੇਰਾ ਉਧਾਰ ਹੋਵੇਗਾ।
ਜਨਮ ਜਨਮ ਕਾ ਉਤਰੈ ਭਾਰ। ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀਆਂ ਜਿਹੜੀਆਂ ਪੰਡਾਂ ਚੁੱਕੀਆਂ ਨੇ ਉਹ ਭਾਰ ਉਤਰ ਜਾਣਗੇ। ਪੂਰਨ ਤੇਰੀ ਹੋਵੇ ਆਸ। ਤੇਰੀ ਆਸ ਪੂਰੀ ਹੋ ਜਾਏਗੀ। ਜਮ ਕੀ ਕਟੀਐ ਤੇਰੀ ਫਾਸ। ਜਿਹੜੀ ਜਮਾਂ ਵਾਲੀ ਫਾਹੀ ਹੈ ਉਹ ਕੱਟ ਜਾਏਗੀ। ਆਸਾਂ ਤੇਰੀਆਂ, ਮਨਸ਼ਾ ਤੇਰੀਆਂ, ਕਾਮਨਾ ਤੇਰੀਆਂ ਪੂਰੀਆਂ ਹੋ ਜਾਣਗੀਆਂ। ਗੁਰ ਕਾ ਉਪਦੇਸ਼ ਸੁਨੀਜੈ। ਗੁਰੂ ਦਾ ਉਪਦੇਸ਼ ਸੁਣਿਆ ਕਰ, ਲੋਕਾਂ ਦੀਆਂ ਗੱਲਾਂ ਨਾ ਸੁਣ, ਲੋਕਾਂ ਦੀਆਂ ਕਥਾ ਕਹਾਣੀਆਂ ਨਾ ਸੁਣ, ਐਵੇਂ ਲੋਕਾਂ ਦੀਆਂ ਆਡੀਓ ਵੀਡੀਓ ਨਾ ਸੁਣਿਆ ਕਰ। ਗੁਰੂ ਦਾ ਉਪਦੇਸ਼ ਸੁਣਿਆ ਕਰ। ਮਨ ਵਿਚਲਤ ਹੁੰਦਾ ਹੈ, ਬਾਹਰ ਦੀਆਂ ਗੱਲਾਂ ਸੁਣੇਗਾ ਤਾਂ। ਜੇ ਕੋਈ ਬੰਦਾ ਗੱਲ ਵੀ ਕਰੇ ਤਾਂ ਉਹਨੂੰ ਵੀ ਕਿਹਾ ਕਰੋ ਮਹਾਰਾਜ ਕੋਈ ਗੁਰੂ ਦੀ ਹੈ ਤੇ ਸੁਣਾ ਦਿਓ। ਹਾਂਜੀ। ਨਾਨਕ ਸੁਖ ਸਹਿਜ ਸਮੀਜੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਦਿੰਦੇ ਨੇ ਸਾਨੂੰ ਕਿ ਸੁਖ ਤੇ ਸਹਿਜ ਵਿੱਚ ਤੇਰੀ ਸਮਾਈ ਹੋਵੇਗੀ। ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸੱਚੇ ਪਾਤਸ਼ਾਹ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸੱਚੇ ਪਾਤਸ਼ਾਹ ਮਿਹਰ ਕਰਨ। ਆਪ ਸਾਰੀਆਂ ਸੰਗਤਾਂ ਤੋਂ, ਸਤਿਗੁਰੂ ਤੋਂ ਦਾਸ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਨੇ ਸਮਾਂ ਵੰਡ ਕੀਤੀ, ਆਪ ਸੰਗਤ ਦੇ ਦਰਸ਼ਨ ਹੋਏ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੇ ਦਰ ਘਰ ਦੀ ਸੇਵਾ ਕਰਨ ਲਈ ਚੜ੍ਹਦੀ ਕਲਾ ਬਖਸ਼ਣ, ਭੁੱਲਾਂ ਬਖਸ਼ੋ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਉਸ ਦਾ ਪਾਠ ਸਰਵਣ ਕਰੀਏ। ਹਾਂਜੀ। ਪੂਰਨ ਤੇਰੀ ਹੋਵੇ ਆਸ। ਜਮ ਕੀ ਕਟੀਐ ਤੇਰੀ ਫਾਸ। ਗੁਰ ਕਾ ਉਪਦੇਸ਼ ਸੁਨੀਜੈ। ਨਾਨਕ ਸੁਖ ਸਹਿਜ ਸਮੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।